ਅੱਜ ਦੇ ਇਸ ਫੇਸਬੁੱਕ ਲਾਈਵ ਸੈਸ਼ਨ ਦੇ ਵਿੱਚ ਮੈਂ ਲੁਧਿਆਣਾ ਪੁਲਿਸ ਵੱਲੋਂ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਹਾਂ। ਦੇਖੋ ਅਸੀਂ ਇੱਕ ਬਹੁਤ ਹੀ ਭਿਆਨਕ ਬਿਮਾਰੀ ਦਾ ਸਾਹਮਣਾ ਕਰ ਰਹੇ ਹਾਂ ਜਿਸ ਨੂੰ ਕਿ ਆਪਾਂ ਕੋਰੋਨਾ ਕਹਿੰਦੇ ਹਾਂ ਐਂਡ ਸਾਰੇ ਹੀ ਲੁਧਿਆਣਾ ਨਿਵਾਸੀਆਂ ਦਾ ਮੈਂ ਸ਼ੁਕਰੀਆ ਅਦਾ ਕਰਨਾ ਚਾਹੁੰਦਾ ਕਿ ਉਹਨਾਂ ਨੇ ਬਹੁਤ ਹੀ ਹਿੰਮਤ ਔਰ ਸੂਝ-ਬੂਝ ਨਾਲ ਪ੍ਰਸ਼ਾਸਨ ਦਾ ਸਾਥ ਦਿੱਤਾ ਹੈ। ਜੋ ਕੁਝ ਵੀ ਅਸੀਂ ਹਿਦਾਇਤਾਂ ਜਾਰੀ ਕੀਤੀਆਂ ਉਹਨਾਂ ਦੀ ਇਨ-ਬਿਨ ਪਾਲਣਾ ਕੀਤੀ ਹੈ ਤੇ ਇसी ਨੂੰ ਆਪਾਂ ਬਰਕਰਾਰ ਕਰਕੇ ਰੱਖਣਾ ਹੈ ਕਿਉਂਕਿ ਇਹ ਜਿਹੜਾ ਸਤੰਬਰ ਦਾ ਮਹੀਨਾ ਹੈ ਇਹ ਆਪਣਾ ਐਗਜ਼ਾਮ ਦਾ ਮਹੀਨਾ ਹੈ। ਜਿਹੜੀ ਆਪਾਂ ਹੁਣ ਤੱਕ 6 ਮਹੀਨੇ ਤਿਆਰੀ ਕੀਤੀ ਹੈ, ਮਾਰਚ ਤੋਂ ਆਪਾਂ ਚਾਲੂ ਕੀਤਾ ਸੀ, ਮਾਰਚ ਅਪ੍ਰੈਲ ਇਹ 6 ਮਹੀਨਿਆਂ ਦੀ ਤਿਆਰੀ ਦਾ ਹੁਣ ਅੱਗੇ ਆਉਣ ਵਾਲੇ ਦਿਨਾਂ ਦੇ ਵਿੱਚ ਤਾਂ ਕਿ ਕਿਸੇ ਦੇ ਮਨ ਦੇ ਵਿੱਚ ਇਹ ਨਾ ਰਹੇ ਕਿ ਜੀ ਅਸੀਂ ਕੋਰੋਨਾ ਨੂੰ ਛੁਪਾਉਣਾ ਹੈ ਜਾਂ ਉਹ ਕਰਨਾ ਹੈ, ਬਿਲਕੁਲ ਵੀ ਨਾ ਰਹੇ। ਅਸੀਂ ਇਸ ਚੀਜ਼ ਤੇ ਵਿਚਾਰ ਕਰਕੇ ਡੀਸੀ ਸਾਹਿਬ ਨਾਲ ਮੈਂ ਸਲਾਹ ਕਰਕੇ ਸਿਵਲ ਸਰਜਨ ਸਾਹਿਬ ਨਾਲ ਅਸੀਂ ਇਸ ਚੀਜ਼ ਨੂੰ ਇੰਪਲੀਮੈਂਟ ਕਰਵਾਵਾਂਗੇ। ਨਵਦੀਪ ਚਾਵਲਾ ਇਹਨਾਂ ਨੇ ਕਿਹਾ ਹੈਗਾ ਕਿ ਵਰਕਿੰਗ ਟਾਈਮ 8 ਵਜੇ ਤੱਕ ਕਰ ਦੇਣੇ ਚਾਹੀਦੇ ਹੈ, ਰੈਸਟੋਰੈਂਟ ਦਾ ਟਾਈਮ 10 ਵਜੇ ਤੱਕ। ਨਵਦੀਪ ਜੀ ਥੋੜਾ ਦਿਨ ਵੇਟ ਕਰੋ। ਦੇਖੋ ਪਹਿਲਾਂ ਅਸੀਂ ਕਰਕੇ ਦੇਖਿਆ ਸੀ, ਪਬਲਿਕ ਇੱਕਦਮ ਹੀ ਪਿਕਨਿਕ ਮਨਾਉਣ ਲੱਗ ਗਈ ਐਂਡ ਤੁਹਾਨੂੰ ਯਾਦ ਹੈ ਪਹਿਲਾਂ ਆਪਣੇ ਰੱਖੜੀ ਦਾ ਤਿਉਹਾਰ ਆ ਗਿਆ, 1-2 ਤਿਉਹਾਰ और ਆ ਗਏ, ਜਨਮਾਸ਼ਟਮੀ ਦਾ ਤਿਉਹਾਰ ਆ ਗਿਆ, ਇੱਕਦਮ ਹੀ ਲੁਧਿਆਣੇ ਪੀਕ ਚਲਾ ਗਿਆ, ਕੰਮ ਵੱਧ ਗਿਆ ਇੱਥੇ ਕੋਰੋਨਾ ਦਾ ਐਂਡ ਕੇਸਿਸ ਕਾਫੀ ਜ਼ਿਆਦਾ ਆਉਣ ਲੱਗੇ, ਹਸਪੀਟਲਾਂ 'ਤੇ ਵੀ ਪ੍ਰੈਸ਼ਰ ਪੈ ਗਿਆ। ਇਹ ਜਦੋਂ ਤੋਂ ਅਸੀਂ ਸਰਕਾਰ ਨੇ ਇਹ ਸੈਟਰਡੇ ਸੰਡੇ ਦਾ ਲੋਕਡਾਊਨ ਚਾਲੂ ਕੀਤਾ ਹੈ ਐਂਡ ਟਾਈਮਿੰਗਸ ਸ਼ਾਮ ਨੂੰ 7:30 ਵਜੇ ਤੱਕ ਦੇ ਕੀਤੇ ਹੈ, ਉਸ ਤੋਂ ਬਾਅਦ ਥੋੜ੍ਹਾ ਜਿਹਾ ਹਸਪੀਟਲਸ 'ਤੇ ਵੀ ਪ੍ਰੈਸ਼ਰ ਘਟ ਗਿਆ ਹੈਗਾ। ਮਤਲਬ ਘਟ ਗਿਆ ਦਾ ਮਤਲਬ ਹੈ ਕਿ ਓਵਰਬਰਡਨ ਨਹੀਂ ਹੋ ਰਹੇ, ਉਹ ਥੋੜ੍ਹਾ ਜਿਹਾ ਥੰਮ ਗਿਆ ਹੈ ਕੰਮ। ਅਤੇ ਇਸ ਕਰਕੇ ਜੋ ਦੇਖੋ ਬਾਰ-ਬਾਰ ਅਸੀਂ ਇਹੀ ਕਹਿੰਦੇ ਹਾਂ ਕਿ ਕੋਰੋਨਾ ਦੇ ਨਾਲ ਲੜਾਈ, ਕੋਰੋਨਾ ਇੱਕ ਬਿਮਾਰੀ ਵੱਡੀ ਬਿਮਾਰੀ ਹੈ ਲੇਕਿਨ ਇਲਾਜ ਇਹਦਾ ਬਹੁਤ ਛੋਟਾ ਹੈ। ਇਲਾਜ ਤਾਂ ਇਹ ਹੈ ਕਿ ਆਪਾਂ ਮਾਸਕ ਲਗਾ ਕੇ ਰਹਿਣਾ ਹੈ। ਮਾਸਕ ਦੇ ਬਾਰੇ ਅਸੀਂ ਬਾਰ-ਬਾਰ ਕਹਿੰਦੇ ਹਾਂ ਕਿ ਪਬਲਿਕ ਮਾਸਕ ਲਗਾਉਂਦੀ ਹੈ, ਹਰੇਕ ਬੰਦੇ ਨੂੰ ਤੁਸੀਂ ਬਾਹਰ ਦੇਖੋਗੇ ਹਰੇਕ ਬੰਦੇ ਦੇ ਮਾਸਕ ਲਮਕਿਆ ਹੁੰਦਾ ਹੈ ਲੇਕਿਨ ਕਾਫੀ ਬੰਦੇ ਪ੍ਰੋਪਰਲੀ ਮਾਸਕ ਨਹੀਂ ਲਗਾਉਂਦੇ। ਉਹ ਮਾਸਕ ਜਿੱਦਾਂ ਪੂਰਾ ਪ੍ਰੋਪਰ ਲੱਗਣਾ ਚਾਹੀਦਾ ਹੈ ਉਹ ਜਾਂ ਤਾਂ ਮਾਸਕ ਨੂੰ ਥੋੜ੍ਹਾ ਥੱਲੇ ਕਰ ਦਿੰਦੇ। ਆਪਾਂ ਕਰਾਊਡਡ ਪਲੇਸਿਸ ਦੇ ਵਿੱਚ ਜਾਣਾ ਹੀ ਨਹੀਂ, ਕੋਈ ਭੋਗ ਹੋਵੇ, ਕਿਸੇ ਦੀ ਮਰਗ ਹੋ ਗਈ ਹੈ, ਕਿਸੇ ਦਾ ਕੋਈ ਸ਼ਾਦੀ ਹੈ, ਕੋਈ ਆਪਣਾ ਬਰਥਡੇ ਹੈ, ਕੋਈ ਉਹ ਸੈਰੇਮਨੀ ਹੈ, ਕਿਸੇ ਦੀ ਕੋਈ ਫੰਕਸ਼ਨ ਹੈ, ਕਿੱਟੀ ਹੈ, ਉਹਨਾਂ 'ਤੇ ਬਿਲਕੁਲ ਹੀ ਨਹੀਂ ਜਾਣਾ ਕਿਸੇ ਵੀ ਤਰੀਕੇ ਦਾ। ਜਿੱਥੇ ਕਰਾਊਡ ਤੁਹਾਨੂੰ ਦਿਖ ਜਾਏ ਯੂ ਟਰਨ ਮਾਰ ਲਿਓ, ਵਾਪਸ ਆ ਜਾਓ ਬਿਲਕੁਲ, ਕਿ ਆਪਾਂ ਕੋਈ ਬਹਾਨਾ ਬਣਾ ਦਿਓ ਕਿ ਜੀ ਮੈਂ ਬਿਮਾਰ ਹੋ ਗਿਆ ਜਾਂ ਮੇਰਾ ਅੱਜ ਫਾਸਟ ਹੈ ਜਾਂ ਮੇਰਾ ਉਹ ਹੈ, ਬਿਲਕੁਲ ਨਾ ਜਾਓ। ਚੌਥੀ ਗੱਲ, ਜਿੱਦਾਂ ਹੀ ਤੁਹਾਨੂੰ ਸਿੰਪਟਮਸ ਆ ਜਾਂਦੇ ਹੈ, ਕੋਈ ਤੁਹਾਨੂੰ ਬੁਖਾਰ ਆ ਗਿਆ ਜਾਂ ਸਰੀਰ ਦੇ ਵਿੱਚ ਬਹੁਤ ਜ਼ਿਆਦਾ ਦਰਦ ਹੋ ਗਿਆ ਜਾਂ ਖੰਘ ਆ ਗਈ ਜਾਂ ਕੋਈ ਖਾਂਸੀ ਜ਼ੁਕਾਮ ਲੱਗਿਆ, ਮੰਨ ਕੇ ਚਲੋ ਤੁਹਾਨੂੰ ਕੋਰੋਨਾ ਹੋ ਸਕਦਾ ਹੈ। ਇਹ ਜਿਹੜਾ ਮੌਸਮ ਹੈ ਅੱਜ ਕੱਲ੍ਹ ਦਾ, ਜਿਹੜੇ ਵੀ ਬੰਦਿਆਂ ਨੂੰ ਕੋਈ ਬੁਖਾਰ ਦੇ ਜਾਂ ਕਿਸੇ ਦੇ ਥਕਾਨ ਦੇ ਸਿੰਪਟਮਸ ਆਉਂਦੇ ਆ ਉਹ ਕੋਰੋਨਾ ਉਹਨਾਂ ਦਾ ਨਿਕਲ ਰਿਹਾ ਹੈ ਜਾਂ ਕਿਸੇ ਦੀ ਸਮੈਲ ਚਲੀ ਗਈ ਹੈ ਜਾਂ ਸਵਾਦ ਚਲਾ ਗਿਆ ਜੀਭ ਦਾ, ਉਹ ਕੋਰੋਨਾ 100% ਤੁਸੀਂ ਮੰਨ ਕੇ ਚਲੋ। ਇਹਦੇ ਵਿੱਚ ਤੁਹਾਨੂੰ ਕੋਈ ਘਬਰਾਉਣ ਦੀ ਲੋੜ ਨਹੀਂ। ਤੁਸੀਂ ਆਪਣੇ ਆਪ ਨੂੰ ਜੇ ਤੁਹਾਨੂੰ ਲੱਗੇ ਇਸ ਤਰੀਕੇ ਦਾ, ਇੱਕ ਕਮਰੇ ਦੇ ਵਿੱਚ ਸੈਪਰੇਟ ਕਰ ਲਓ ਜਿਸ 'ਚ ਅਟੈਚ ਲੈਟ ਬਾਥ ਹੋਵੇ, ਘਰ ਵਾਲੇ ਨੂੰ ਕਹੋ ਵੀ ਮੈਂ ਇੱਥੇ ਰਹਿ ਰਿਹਾ। ਤੁਸੀਂ ਆਪਣਾ ਟੈਸਟ ਕਰਾਓ, ਟੈਸਟ ਦੀ ਜੋ ਰਿਪੋਰਟ ਆਉਂਦੀ ਹੈ ਉਸ ਹਿਸਾਬ ਨਾਲ, ਜੇ ਟੈਸਟ ਪੋਜ਼ੀਟਿਵ ਵੀ ਆ ਜਾਂਦਾ ਹੈ, ਹੁਣ ਤਾਂ ਪੋਜ਼ੀਟਿਵ ਆਉਣ ਤੋਂ ਬਾਅਦ ਵੀ ਸਰਕਾਰ ਦੀ ਹਿਦਾਇਤਾਂ ਬਿਲਕੁਲ ਸਿੰਪਲੀਫਾਈ ਹੋ ਗਈਆਂ। ਜੇ ਤੁਹਾਨੂੰ ਕੋਈ ਸਿੰਪਟਮ ਨਹੀਂ ਹੈ ਤੁਸੀਂ ਆਪਣੇ ਘਰ ਦੇ ਅੰਦਰ ਹੀ ਰਹਿਣਾ ਹੈ, ਨਾ ਤੁਸੀਂ ਦੁਬਾਰਾ ਹਸਪੀਟਲ ਜਾਣਾ ਹੈ। ਤੁਹਾਨੂੰ ਹਸਪੀਟਲ ਵਾਲੇ ਇੱਕ ਵਾਰੀ ਫ਼ੋਨ ਕਰਕੇ ਪੁੱਛਣਗੇ ਜ਼ਰੂਰ ਕਿ ਤੁਹਾਡੀ ਤਬੀਅਤ ਵਗੈਰਾ ਠੀਕ ਹੈ, ਤੁਸੀਂ ਦੱਸ ਦਿਓ, ਤੁਸੀਂ ਘਰ ਦੇ ਅੰਦਰ ਹੀ ਰਹਿ ਬਾਅਦ ਮਰ ਜਾਣਾ ਹੈ ਕੋਰੋਨਾ ਦੇ ਵਾਇਰਸ ਨੇ। ਅਤੇ 15 ਦਿਨ ਤੱਕ ਆਪਾਂ ਉਸ ਆਦਮੀ ਨੂੰ ਸੈਪਰੇਟ ਕਰ ਦੇਣਾ ਹੈ ਤਾਂ ਕਿ ਇਹ ਹੁੰਦਾ ਕਿ 15 ਦਿਨ ਦੇ ਵਿੱਚ ਉਹ ਬੰਦੇ ਨੇ ਠੀਕ ਹੋ ਜਾਣਾ ਹੈ ਅਤੇ ਆਪਾਂ ਦੁਬਾਰਾ ਘੁਲ ਮਿਲ ਲੈਣਾ ਉਹਦੇ ਨਾਲ। ਲੇਕਿਨ ਜੇ ਆਪਾਂ ਨਹੀਂ ਕਰਾਂਗੇ ਤਾਂ ਇੱਕ ਬੰਦੇ ਤੋਂ ਦੂਜੇ ਬੰਦੇ ਤੋਂ ਤੀਜੇ ਬੰਦੇ, ਪੂਰੇ ਸੰਸਾਰ ਨੂੰ ਫਿਰ ਕੋਰੋਨਾ ਹੋ ਜਾਊਗਾ। ਔਰ ਉਹਦਾ ਕੀ ਹੋਊਗਾ ਕਿ ਜਿਹੜੇ ਬੰਦਿਆਂ ਦੀ ਇਮਿਊਨਿਟੀ ਵੀਕ ਹੁੰਦੀ ਹੈ, ਹਰ ਪਰਿਵਾਰ ਦੇ ਵਿੱਚ ਜੇ 4 ਜੀ ਹੈ ਅਤੇ 1 ਜੀ ਇੱਦਾਂ ਦਾ ਹੁੰਦਾ ਜਿਹਦੀ ਇਮਿਊਨਿਟੀ ਵੀਕ ਹੈ, ਉਸ ਬੰਦੇ ਨੂੰ ਫਿਰ ਹਸਪੀਟਲ ਲੈ ਕੇ ਜਾਣਾ ਪੈ ਜਾਊਗਾ ਔਰ ਚੱਕਰ ਪੈ ਜਾਏਗਾ। ਫਿਰ ਇਹ ਜਿਹੜਾ ਲੜੀ ਹੈ ਇਹ ਕਦੀ ਟੁੱਟੂਗੀ ਨਹੀਂ। ਅਤੇ ਇਸ ਕਰਕੇ ਜ਼ਰੂਰੀ ਹੈ ਕਿ ਪਹਿਲੀ ਗੱਲ ਮਾਸਕ, ਦੂਜੀ ਗੱਲ ਆਪਣਾ 2 ਮੀਟਰ ਦੀ ਡਿਸਟੈਂਸਿੰਗ, ਤੀਜੀ ਗੱਲ ਕਰਾਊਡਡ ਪਲੇਸਿਸ 'ਤੇ ਨਹੀਂ ਜਾਣਾ, ਚੌਥੀ ਗੱਲ ਸਿੰਪਟਮਸ ਆਉਣ 'ਤੇ ਆਪਾਂ ਟੈਸਟ ਕਰਾਉਣਾ ਹੈ, ਟੈਸਟ ਜ਼ਰੂਰ ਕਰਾਉਣਾ ਹੈ। ਜਿੱਦਾਂ ਹੀ ਸਿੰਪਟਮ ਆਏ ਆਪਾਂ ਨੂੰ ਆਈਸੋਲੇਟ ਕਰ ਦੇਣਾ ਹੈ ਆਪਣੇ ਆਪ ਨੂੰ ਇੱਕ ਕਮਰੇ ਦੇ ਵਿੱਚ ਅਤੇ ਫਿਰ ਟੈਸਟ ਕਰਾਉਣਾ ਹੈ। ਐਂਡ ਪੰਜਵੀਂ ਗੱਲ, ਆਪਾਂ ਇਮਿਊਨਿਟੀ ਆਪਣੀ ਬੂਸਟ ਕਰਨੀ ਹੈ। ਇਮਿਊਨਿਟੀ ਬੂਸਟ ਦਾ ਮਤਲਬ ਹਰੀ ਸਬਜ਼ੀਆਂ ਖਾਓ, ਫਰੂਟਸ ਖਾਓ, ਨਿੰਬੂ ਪਾਣੀ ਦਾ ਤੁਸੀਂ ਦੇਖੋ
बाकी तुलसी वगैरह ਦਾ ਵਧੀਆ ਹੁੰਦਾ ਸਿਸਟਮ, ਮੈਡੀਟੇਸ਼ਨ ਕਰੋ, ਯੋਗਾ ਕਰੋ। ਇਹਨਾਂ ਦੇ ਨਾਲ ਇਮਿਊਨਿਟੀ ਬੂਸਟ ਜਿਹੜੀ ਵੀ ਚੀਜ਼ਾਂ ਹੁੰਦੀਆਂ ਉਹ ਤੁਸੀਂ ਆਪ ਹੁਣ ਤੱਕ ਆਪਾਂ ਕਾफ़ी ਕੁਝ ਸਿੱਖ ਚੁੱਕੇ ਹਾਂ, ਉਸ ਚੀਜ਼ ਦਾ ਆਪਾਂ ਧਿਆਨ ਰੱਖਣਾ ਹੈ। HP ਸਿੰਘ ਛਾਵੜਾ ਇਹਨਾਂ ਨੇ ਲਿਖਿਆ ਹੈਗਾ ਕਿ आई वांट टू ब्रिंग इट टू योर नोटिस कि ऑटो रिक्शा और बसेज पखोवाल रोड ते फुल कैपेसिटी दे विच चल रही हैं, खासकर बिहार वगैरह तो भी बसेज आती हैं वो फुल कैपेसिटी ते आ रही हैं। रेस्टोरेंट्स दे विच होम डिलीवरी रात नूं 10 बजे तक अलाउ कर देनी चाहिए है। भूपिंदर जी तुहाडी असीं गल सुन लई है, देख के असीं विचार करांगे एंड असीं तुहानूं फिर रिवर्ट करांगे ते कि असीं एक्शन लै रहे हैं। हैप्पी शर्मा इन्होंने लिखा है कि गवर्नमेंट ने शुरुआत में बहुत बड़ी गलती की। जब कोरोना पेशेंट आता था तो एक ऐसे बना के पेश करते थे कि वो कि पड़ोसी उस बंदे नाल दुश्मनी करन लग जाते सी। देखो ठीक है, कई बारी जो शुरू दे विच ये कोरोना आया, मैं समझदा कि आपां कोरोना दा डर ज़्यादा मन दे विच बिठा लिया। कोरोना ਦਾ ਡਰ ਤਾਂ ਹੋਣਾ ਚਾਹੀਦਾ ਹੈ, ਲੇਕਿਨ ਇਹ ਡਰ ਆਪਣੇ ਉੱਪਰ ਹਾਵੀ ਨਹੀਂ ਹੋਣਾ ਚਾਹੀਦਾ। ਇਹ ਇਸ ਹਿਸਾਬ ਨਾਲ ਆਪਾਂ ਦਿਮਾਗ ਵੀ ਯੂਜ਼ ਕਰਨਾ ਹੈ। ਐਂਡ ਜੇ ਬੰਦੇ ਨੂੰ ਕੋਰੋਨਾ ਹੋ ਜਾਏ, ਆਪਾਂ ਕੋਰੋਨਾ ਨੂੰ ਮਾਰਨਾ ਹੈ, ਬੰਦੇ ਨੂੰ ਥੋੜੀ ਮਾਰਨਾ ਹੈ। ਬੰਦਾ ਤਾਂ ਆਪਣਾ ਹੀ ਪਰਿਵਾਰ ਦਾ ਹੀ ਔਰ ਇੱਕ ਸਮਾਜ ਦਾ ਹੀ ਮੈਂਬਰ ਹੈ। ਐਂਡ ਹੁਣ ਤਾਂ ਸਾਨੂੰ ਪਤਾ ਹੈ ਕਿ ਇਹ ਕੋਰੋਨਾ ਜੇ ਕਿਸੇ ਨੂੰ ਹੋ ਵੀ ਜਾਏ 90% ਬੰਦਿਆਂ ਨੂੰ ਸਿੰਪਟਮਸ ਨਹੀਂ ਹੁੰਦੇ, ਲੇਕਿਨ ਉਹ ਇੱਕ ਬੰਦੇ ਤੋਂ ਦੂਜੇ ਬੰਦੇ ਨੂੰ ਫੈਲਾ ਸਕਦੇ ਹੈ। ਤੇ ਉਹ ਸਿੰਪਟਮਸ ਆਪ ਨੂੰ ਤਾਂ ਨਹੀਂ ਹੋਣਗੇ, ਲੇਕਿਨ ਇਸ ਤਰੀਕੇ ਦੇ ਬੰਦੇ ਨੂੰ ਫੈਲਾਤਾ ਜਿਹੜੇ ਕਿ ਬੰਦੇ ਦੀ ਇਮਿਊਨਿਟੀ ਵੀਕ ਹੈ, ਉਸ ਨੂੰ ਪ੍ਰੋਬਲਮ ਆ ਜਾਏਗੀ। ਇਸ ਕਰਕੇ ਇਹ ਤਾਂ ਆਪਾਂ ਸਮਾਜ ਲਈ ਕਰ ਰਹੇ ਹਾਂ ਕਿ ਆਪਾਂ ਨੂੰ ਸਿੰਪਟਮਸ ਨਹੀਂ ਵੀ ਹੈ, ਜੇ ਮੈਂ ਕੋਰੋਨਾ ਮੈਨੂੰ ਕਿਸੇ ਬੰਦੇ ਨੂੰ ਹੋ ਵੀ ਗਿਆ, ਉਹ ਦੂਜੇ ਨੂੰ ਨਾ ਫੈਲਾਵੇ, ਉਹ ਇਕਾਂਤਵਾਸ ਦੇ ਵਿੱਚ ਚਲਾ ਜਾਵੇ। ਤੇ ਇਸ ਕਰਕੇ ਬਿਲਕੁਲ ਠੀਕ ਹੈ, ਇਹਨਾਂ ਨੂੰ ਆਪਾਂ ਸਾਰੇ ਬੰਦਿਆਂ ਨੂੰ ਕੋਰੋਨਾ ਦੀ ਆਪਾਂ ਨੂੰ ਆਪਣੀ ਸਿੰਪੈਥੀ ਹੋਣੀ ਚਾਹੀਦੀ ਹੈ, ਉਹਨਾਂ ਦਾ ਹੌਸਲਾ ਆਪਾਂ ਵਧਾਈਏ, ਨਾ ਕਿ ਉਹਨਾਂ ਨੇ ਨਾਲ ਕੋਈ ਇਸ ਤਰੀਕੇ ਦਾ ਨਕਾਰਾਤਮਕ ਰਵੱਈਆ ਉਹਨਾਂ ਦੇ ਪ੍ਰਤੀ ਨਾ। ਸਰਕਾਰ ਤੋਂ ਸਾਨੂੰ ਮਿਲੀਆਂ ਹੈ ਲੁਧਿਆਣੇ ਐਡਮਿਨਿਸਟ੍ਰੇਸ਼ਨ ਨੂੰ, ਜਿਹੜੀ ਕਿ ਡੋਰ ਟੂ ਡੋਰ ਟੈਸਟ ਕਰ ਰਹੀ ਹੈ। ਅਸੀਂ ਆਮ ਤੌਰ 'ਤੇ ਉਹਨਾਂ ਨੂੰ ਉਸ ਜਗ੍ਹਾ 'ਤੇ ਭੇਜਦੇ ਹਾਂ ਜਿੱਥੇ ਕਿ ਇਹ ਕੋਰੋਨਾ ਦੇ ਮਰੀਜ਼ ਜ਼ਿਆਦਾ ਆਏ ਹੁੰਦੇ ਹਨ। ਅਤੇ ਤੁਸੀਂ ਆਪਣਾ ਏਰੀਆ ਲਿਖ ਦਿਓ, ਅਸੀਂ ਕੋਸ਼ਿਸ਼ ਕਰਾਂਗੇ ਤੁਹਾਡੇ ਏਰੀਏ ਦੇ ਵਿੱਚ ਵੀ ਡੋਰ ਟੂ ਡੋਰ ਟੈਸਟਿੰਗ ਦਾ ਕੰਮ ਕਰਵਾਇਆ ਜਾਵੇ। ਸੁਰੇਖਾ ठाकुर इन्होंने लिखा है कि पॉजिटिव पीपल दोज आर इन सिम्पटोमेटिक्स आर रोमिंग फ्रीली। देखो ये तो हरेक बंदे का हुण लुधियाने की पॉपूलेशन कितनी है दसो, अपनी 40 लाख 50 लाख के विच अपनी पॉपूलेशन है। जे कोरोना किसी बंदे नूं होया है, उन्होंने तो आप तो पता हुंदा ही है कि मैनू बुखार है, मैनू मेरा शरीर टुट रहा है, मैनू मेरी जो खंघ लगी हुई है, मैनू ਉਹਦੇ ਪਰਿਵਾਰ ਨੂੰ ਪਤਾ ਹੁੰਦਾ ਹੈ। ਜੇ ਉਹ ਬੰਦਾ ਫ੍ਰੀਲੀ ਘੁੰਮ ਰਿਹਾ ਹੈ, ਆਪਣੀ ਫੈਕਟਰੀ ਜਾ ਰਿਹਾ ਹੈ ਜਾਂ ਦੁਕਾਨ 'ਤੇ ਜਾ ਰਿਹਾ ਹੈ ਜਾਂ ਕਿਸੇ ਆਫਿਸ ਦੇ ਵਿੱਚ ਜਾ ਰਿਹਾ ਹੈ, ਉਹ ਸੋਚ ਰਿਹਾ ਕਿ ਮੈਨੂੰ ਤਾਂ ਕੋਈ ਪ੍ਰੋਬਲਮ ਹੈ ਨਹੀਂ ਜੀ, ਮੈਂ ਤਾਂ ਠੀਕ ਹੈ ਜੀ, ਬਿਲਕੁਲ ਮੈਨੂੰ ਤਾਂ ਵੈਸੇ ਹੀ ਸਰਕਾਰ ਪਾਗਲ ਬਣਾ ਰਹੀ ਹੈ ਜੀ, ਪ੍ਰਸ਼ਾਸਨ ਪਾਗਲ ਬਣਾ ਰਿਹਾ ਜੀ, ਅਤੇ ਉਹ ਦੂਜੇ ਬੰਦਿਆਂ ਨੂੰ ਕੋਰੋਨਾ ਦੇ ਦੇਗਾ। ਇਸ ਤਰੀਕੇ ਦੇ ਬੰਦੇ ਨੂੰ ਵੀ ਕੋਰੋਨਾ ਹੋ ਸਕਦਾ ਜਿਹਦੀ ਕਿ ਇਮਿਊਨਿਟੀ ਆਪ ਹੀ ਵੀਕ ਹੈ। ਸਪੋਜ਼ ਕਿਸੇ ਬੰਦੇ ਨੂੰ ਕੋਈ ਹਾਰਟ ਦੀ ਪ੍ਰੋਬਲਮ ਹੈ, ਕਿਡਨੀ ਦੀ ਪ੍ਰੋਬਲਮ ਹੈ, ਸ਼ੂਗਰ ਦੀ, BP ਦੀ, 15-20 ਪ੍ਰੋਬਲਮਾਂ ਦੇ ਵਿੱਚੋਂ ਕਿਸੇ ਨੂੰ ਵੀ ਇੱਕ ਵੀ ਪ੍ਰੋਬਲਮ ਹੈ, ਉਹ ਕੋਰੋਨਾ ਉੱਤੇ ਹਾਵੀ ਹੋ ਜਾਏਗਾ। ਐਂਡ ਉਸ ਦਾ ਫਿਰ ਬਚਣਾ ਕਈ ਵਾਰੀ ਡਾਕਟਰਸ ਨੂੰ ਬਹੁਤ ਜ਼ਿਆਦਾ ਯਤਨ ਕਰਨੇ ਪੈਂਦੇ ਆ। ਅਤੇ ਇਸ ਕਰਕੇ ਇਹ ਨਹੀਂ ਕਿ ਜੀ ਮੈਂ ਕਰ ਸਕਦੇ ਹੋ, ਉਹਨਾਂ ਦੇ ਜਿਹੜੇ ਵਰਕਰਸ ਹੈ ਉਹਨਾਂ ਨੂੰ ਵੀ ਪਾਸ ਤੁਸੀਂ ਆਪ ਹੀ ਦੇ ਸਕਦੇ ਹੋ, ਉਹਨਾਂ ਦੀ ਵੀ ਮੂਵਮੈਂਟ 24 ਘੰਟੇ ਚੱਲ ਸਕਦੀ ਹੈ। ਇਸ 'ਤੇ ਕੋਈ, ਕਿਉਂਕਿ ਇਹ ਫੈਕਟਰੀਆਂ ਸਪਲਾਈ ਚੇਨ ਦਾ ਇੱਕ ਹਿੱਸਾ ਹਨ। ਜੇ ਫੈਕਟਰੀਆਂ ਨੂੰ ਕੋਈ ਅਸੀਂ ਪ੍ਰੋਬਲਮਸ ਕ੍ਰੀਏਟ ਕਰਾਂਗੇ ਤੇ ਉਹ ਫਿਰ ਸਾਰੇ ਹੀ ਸਿਸਟਮ ਨੂੰ ਖਰਾਬ, ਆਪਣਾ ਜੋ ਸਪਲਾਈ ਚੇਨ ਹੈ ਸਮਾਨ ਦੀ, ਰॉ ਮਟੀਰੀਅਲ ਦੀ, ਉਹ ਸਾਰੀ ਇਫੈਕਟ ਹੁੰਦੀ ਹੈ। ਇਸ ਕਰਕੇ ਇਕੋਨੋਮੀ ਐਂਡ ਕੋਰੋਨਾ ਦੇ ਵਿੱਚ ਇੱਕ ਬੈਲੈਂਸ ਜੋ ਸਰਕਾਰ ਔਰ ਪ੍ਰਸ਼ਾਸਨ ਬਣਾਉਣਾ ਚਾਹੁੰਦਾ ਹੈ, ਉਹਦਾ ਇੱਕ ਪਾਰਟ ਹੈ ਕਿ ਫੈਕਟਰੀਆਂ 24 ਘੰਟੇ ਚੱਲ ਸਕਦੀਆਂ। ਕਈ ਵਾਲੇ ਬੰਦੇ ਕਈ ਕਹਿੰਦੇ ਆ ਕਿ ਜੀ ਫੈਕਟਰੀਆਂ ਜੇ 24 ਘੰਟੇ ਚੱਲ ਸਕਦੀਆਂ ਤੇ ਸ਼ਾਦੀਆਂ ਔਰ ਉਹ ਆਪਣੇ ਪਾਰਟੀਆਂ, ਬਰਥਡੇ ਪਾਰਟੀਜ਼ ਦੇ ਵਿੱਚ ਕੀ ਹੈ ਜੀ, ਫੈਕਟਰੀਆਂ ਦੇ ਵਿੱਚ ਵੀ ਤਾਂ ਫੈਲ ਸਕਦਾ ਹੈ। देखो फैक्ट्रियां दे विच जे आपां रिस्क लैंदे तो कैलकुलेटेड रिस्क है कि फैक्ट्रियां प्रॉपरली मास्क वगैरह लगा के वर्कर काम कर रहे हैं, उन्हां तो इकोनॉमी राइज हो रही है, रॉ मटीरियल बन रहा है, खान पीन की चीज़ां बन रही हैं। एंड जे कोरोना कोई 1% 2% वध भी जाता है, वो आपां नूं रिस्क लेना पऊगा क्योंकि ये लड़ाई लंबी चलनी है। पार्टियां दा जे आपां बर्थडे पार्टी करते हैं, कोई किटी पार्टी करते हैं, उहदा की आपां नूं कोई इकोनॉमी नूं की फ़ायदा है? इकोनॉमी ਨੂੰ ਤਾਂ ਕੋਈ ਨਹੀਂ ਫਾਇਦਾ। ਫਿਰ ਆਪਾਂ ਜੇ ਇਕੋਨੋਮੀ ਨੂੰ ਵੀ ਫਾਇਦਾ ਨਹੀਂ,
उस चीज़ ਨੂੰ करना ही, क्योंकि कोरोना का खतरा तो वध रहा है तो इकोनॉमी ਨੂੰ फायदा नहीं हो रहा, इकोनॉमिक एक्टिविटी ਨੂੰ। इस करके ये सारी चीज़ां बैलेंस करके बनाई गई है। अक्षय मिश्रा इन्होंने लिखा है कि 8 महीने तो असी कोविड पैंडमिक की लड़ाई लड़ रहे हैं तो सारिਆਂ ਨੂੰ थोड़ा और साथ में, इस करके थोड़ा जिहा अपना जी प्लानिंग आप तुसीं कर लिओ। सवेरे तो 5 बजे तो चालू हो जाता है, तुसीं जिहड़ी फैक्ट्री ते 10 बजे जा रहे हो सवेरे, वो तुसीं 8 बजे चले जाओ तो ਉਹਦੇ ਨਾਲ ਤੁਹਾਨੂੰ ਇਹ ट्रैफिक जाम तो मुक्ति मिल सकती है। एंड एक और चीज़ है, काफ़ी सारे कंस्ट्रक्शन प्रोजेक्ट्स लुधियाने दे विच चल रहे हैं। अपनी ये फ्लाईओवर बन रहा है शहर दे विच, जगराओं वाला भी ब्रिज बन रहा है, और भी सारे रिंग अपनी जो आउटर रिंग रोड वाली जगह पर भी बन रहे हैं, कंस्ट्रक्शन चल रही है। इस करके जो कंस्ट्रक्शन चलती है तो थोड़े बहुत ही दिन अपन ट्रैफिक की प्रॉब्लम्स का सामना करना पैंदा है। इस करके भी थोड़ा जहा कंस्ट्रक्शन करके भी ट्रैफिक थोड़ा सा स्लो चलता है। एंड खासकर जो ट्रैफिक का एकदम ही बोझ पै जाए तो थोड़ी जी प्रॉब्लम्स पब्लिक को आती है। लेकिन फिर भी असी हिदायतां दित्ती हैं पुलिस मुलाजिमां नूं ट्रैफिक दे नूं कि खासकर शाम नूं 6:30 बजे तो लैके 7:30 बजे तक कोई चलान नहीं करने, किसी बंदे नूं नहीं रोकना, केवल ट्रैफिक नूं रेगूलेट करना है, उसनूं स्पीड अप करना है। सुरजीत सिंह इन्होंने क्या है कि पूछा है कि टुडे ही मेट विद एन एक्सीडेंट नियर समराला चौक, 2 पुलिसमैन वर वॉचिंग, लेकिन उन्होंने कुछ नहीं किया। देखो सुरजीत जी, ये तो हरेक बंदे का फर्ज है कि जे कोई एक्सीडेंट किसी के नाल हो गया तो उसकी मदद करे। तुसी अपना मोबाइल नंबर दे दिओ, असीं तुहानूं कॉन्टैक्ट करांगे। एंड असीं जे कोई साडे CCTV कैमरे लगे हुए हैं, जे कोई मुलाजिमां ने उत्थे खड़े होकर तुहाडी मदद नहीं की, असीं डेफिनेटली उन्हां दे खिलाफ एक्शन भी लवांगे, उन्हां नूं समझावांगे भी कि देखो ये तो हरेक नागरिक का फर्ज है कि वो जो एक्सीडेंट हो गया किसी के नाल भी हो सकता है, वो एक्सीडेंट विक्टिम की मदद करे। एंड पुलिस का तो ये डबल फर्ज है, क्योंकि उन्होंने तो सैलरी भी मिल रही है और उन्होंने तो काम ही ये है। तो इस करके असीं इस चीज़ को बिल्कुल सीरियसली लवांगे। एक चीज़ जिहड़ी कि साडे नोटिस दे विच आ रही है, काफ़ी हॉस्पिटल वाले कढ़ रहे हैं जदों मर जाते हैं। हुण दसो इस र्यूमर जिहड़ा बंदा सानू जे लभ गया ना जी, तो उसनूं फिर घट्टो घट्ट असीं 3 साल जेल च रखांगे। वो पता नहीं चलता किहड़ा बंदा फैला रहा है इस तरीके की र्यूमर, वो बस WhatsApp पर बना के मैसेज पा दिंदा इधरों उधर खब्बे सज्जियों, कोई इस तरीके के गलत नंबर तो पता ही नहीं चलता वो नंबर का। इन्हां र्यूमर्स तो आपां बचा करके रखिए। कोई तुहाडे अपने रिश्तेदार ही डॉक्टर होने हैं, तुहाडे अपने सर्किल दे विच कोई इस तरीके का इस टाइम पे या किसी भी टाइम पे इस तरीके का तो काम कर ही नहीं सकता कि कोई पेशेंट की कोई बॉडी पार्ट कढ़ ले, कोई उस तरीके का। वैसे ही एक तो सेफ नहीं है वो, जे बाई चांस डैथ होंदी है वो उन्होंने पेशेंट्स की होंदी है जिन्होंने आप ही बहुत सारी प्रॉब्लम्स होंदियां हैं। तो इस तरीके का डॉक्टर तो अपने आप दे विच इन्नी कष्ट झेल के अपना इलाज कर रहे हैं, जो असी डॉक्टर्स के नाल हुण बहुत नज़दीक जुड़ के उन्हों का काम देखा है। जे इस टाइम पर कोई काम सब तो वध कर रहा है वो डॉक्टर्स कर रहे हैं। एंड उन्होंने साडा सलूट है कि वो डॉक्टर्स इन्ना वधिया काम कर रहे हैं। जो डॉक्टर्स 8 घंटे 10 घंटे काम करते सी, कोई भी डॉक्टर मैं समझदा जिहड़ा कोरोना का इलाज कर रहा है वो 14 घंटे तो घट नहीं काम कर रहा, सारे ही वधिया काम कर रहे हैं। एंड इस तरीके की र्यूमर्स ते तुसी एक अपने अंश भी इन्हां दे विच सच्चाई नहीं है, असी तुहानूं बिल्कुल गारंटी अपनी दिंदे हैं कि इन्हां ते बिल्कुल तुसी ना जाओ। दूजी गल, एक कुछ बंदे नैगेटिव प्रचार कर रहे हैं, कुछ इस तरीके का प्रचार कर रहे हैं कि टेस्टिंग ना कराओ, कि जे टेस्ट कराया तो टेस्ट का कोई सरकार नूं कोई पैसा मिलना है, सेंट्रल गौरमेंट तो मिलना है, कोई बाहरली स्टेटां तो बाहरले मुल्कां तो कोई पैसे मिलने हैं, इस करके सरकार टेस्ट कराना चाहती है। देखो ये भी एक र्यूमर है। हुण जदों कोई बंदा तुहाडा टेस्ट लै रहा हुंदा है, सपोज तुसी पॉजिटिव हो, तुसी टेस्ट करवाउण लई गए, मैनूं तो कोई प्रॉब्लम ही नहीं, मैं क्यों टेस्ट करावां। लेकिन तुहानूं थोड़ी बहुती खंघ वगैरह है या तुहाडे जिहड़े कोई नज़दीक वाला बंदा है उसनूं कोरोना पॉजिटिव आया, जे तुहाडा भी आपां टेस्ट लैके तुहानूं 14 दिन तुसी थोड़ा जिहा पब्लिक तो दूर हो के अपना कमरे दे विच रह लोगे, तुहानूं तो कोई नुकसान नहीं होना, कोई परेशानी नहीं होनी। लेकिन जिहड़े कोई तुहाडे यार दोस्त हैं, मित्र हैं, या तुहाडी फैक्ट्री दे विच जिस विच तुसीं जा रहे हो उहदे विच जिहड़े कम इम्यूनिटी वाले लोग हैं उन्हां दा बचाव बिल्कुल 100% हो सकता है। इस करके ही अर्ली टेस्टिंग मैं समझदा कि जे मैनूं कोई कहे जावे कि जी तुसीं 2 चीज़ां दसो कोरोना दे नाल लड़न लई की करनी चाहिए, बस 2 ही दसो,
पहली तो है मास्क ते दूजी है अर्ली टेस्टिंग। ये दो चीज़ां नाल ही अपना काम हो सकता है, मास्क अर्ली टेस्टिंग, मास्क अर्ली टेस्टिंग। तो इस करके नैगेटिव पब्लिसिटी दे विच काइंडली ना जाओ। जे तुहानूं कोरोना के लक्षण नहीं आए और तुहाडा रिजल्ट पॉजिटिव आ गया, तुसी परमात्मा का शुक्रिया अदा करो कि हे परमात्मा तुसी सानू बीमारी तो दिती, लेकिन चलो शुक्रिया तुहाडा इस करके कि बीमारी वो वाली दिती जिहदे कि मैनू लक्षण नहीं आए, कोई मैनू सिम्पटम नहीं आए, मैनू घर दे विच रह के मेरा कोई खर्चा नहीं होना, मैं घर दे विच ही रह के अपना इलाज करवा लाँगा, आप ही ठीक हो जावांगा। ये वो शुक्रिया अदा करो। ये देखो जिहड़े मरीज़ जिन्होंने कई फिट मरीज़ होंदे हैं जिहड़े कि वैसे बिल्कुल तंदुरुस्त होंदे हैं, उन्होंने कोरोना दे जिहड़ा वायरस लोड है वो ज़्यादा शरीर दे विच एंटर कर जाता है। उन्होंने तंदुरुस्त होने के बावजूद भी इस तरीके दे हो जाते कि उन्होंने ऑक्सीजन वगैरह देनी पैंदी है, वेंटीलेटर्स से भी रखना पैंदा है। उन्हों की जिंदगी तुसीं देखो, बेचारे पैसे भी खर्च करते हैं, परिवार वाले बंदे भी तंग होंदे हैं, डॉक्टर्स नूं भी प्रॉब्लम होंदी है, एंड उन्हां नालों तुसीं किन्ने वधिया पोजीशन दे विच हो। अपना दोबारा शुरू तो मैं तुहानूं दिखाना, एक कोवा ऐप है, कोवा ऐप अपनी चल गई। कोवा ऐप ते तुसीं ये अपना ये पूछूगा कि ये अपना करके ये इधरों तुसीं क्लिक करोगे तो इत्थे चौथा पांचवा नंबर ते हैगा, 5वें नंबर ते बैड अवेलेबिलिटी। बैड अवेलेबिलिटी आप चैक कर सकते हैं। इसे सारे डिस्ट्रिक्ट हैं, पहला अमृतसर आ रहा है तो आप इसनूं क्लिक करके लुधियाने का ले आइए, ये लुधियाने का आ गया। ये ते सारे तरीके के बैड्स पता लग जाते हैं, जिदा L1 कैटेगरी के 1410 बैड है, L2 के सरकारी खेतर के 731 बैड है, L2 के प्राइवेट के अपने इस आ रहा है 700 बैड है, L3 के 400 बैड है। तो टोटल अपने जे आप बैड्स की गल करिए तो अपने बैड्स टोटल हैं प्राइवेट दे विच अपने टोटल 1200 के करीब बैड्स हैं, तो सरकारी दे विच अपने 2300 बैड हैं। टोटल 3500 बैड कोरोना दे लई रखे हुए हैं। एंड प्राइवेट हॉस्पिटल्स ने भी सानू और भी आश्वासन दिता है कि जे लोड़ पई असी वो और भी बैड्स कन्वर्ट कर देंगे, जिहड़े बाकी नॉर्मल इलाज लई उन्होंने रखे हुए हैं उन्होंने भी कोविड बैड्स डेजिग्नेट कर देंगे। इस करके हाल की घड़ी भी जिहड़े 1200 प्राइवेट हैं उन्होंने चों 400 के करीब अपने खाली है। तो इस करके बैड्स की असी तुहानूं DC साहब वालों, सिविल सर्जन साहब वालों, पुलिस वालों बिल्कुल आश्वस्त करते हैं कि किसी भी तरीके के बैड्स की असी प्रॉब्लम्स नहीं आउण देवांगे। वो बिल्कुल तुहानूं जदों भी तुहानूं लोड़ होएगी। और वैसे 99% 95% बंदे तो होम आइसोलेशन दे विच ही ठीक हो। उन्होंने जे कोई सिम्पटम्स आ जाए, उन्होंने किसी प्राइवेट हॉस्पिटल दे विच रैफर करना पे या बड़े कोई PGI या एक पटियाले अपना राजेंद्रा हॉस्पिटल उत्थे रैफर करना पे, वो सारा खर्चा एंबूलेंस का भी और उन्होंने हॉस्पिटल्स का भी, प्राइवेट हॉस्पिटलों के रैफर का भी, वो भी सरकार ही उठाती है। तो जिहड़े बंदे अफोर्ड कर सकते हैं, जो प्राइवेट हॉस्पिटलों के विच जाके सीधे चले जाते हैं, उन्होंने फिर सरकार ने एक पैकेज रेट बनाए हैं ताकि प्राइवेट हॉस्पिटल अपनी मनमर्जी ना कर सकन। उन्होंने रेट है कि L1 कैटेगरी के असी अपने फेसबुक पर पाए हैं कि 4500 तो 6500 तक दे है, L2 के 8000 तो लैके 10,000 तक है, L3 जो थोड़े बड़े सीरीयस केस होंगे हैं उन्होंने 14,000 15,000 के करीब है। तो जोड़े वेंटीलेटर वाले केसेज हैं वो वध तो वध 18,000 वेंटीलेटर वाले बैड्स से उन्होंने पर डे का खर्चा आ सकता है। ये रेट इस करके फिक्स किए हैं कि ये मैक्सीमम रेट है। जे हॉस्पिटल किसी को लगता है कि नहीं बंदा अफोर्ड नहीं कर सकता या साडा कोई खर्चा घट होया किसी बंदे ते वो घट भी ले सकते हैं। तो इस करके ये हॉस्पिटल्स के रेट सरकार वालों फिक्स किए हुए हैं। तो हॉस्पिटलों की ताकि उन्होंने मनमर्जी से लगाम असी लगा दईए। एंड जे कोई हॉस्पिटल कोई वध चार्ज करता है तो DC ऑफिस कॉन्टैक्ट कर सकते हो, सिविल सर्जन साहब नूं कर सकते हो, जे पुलिस डिपार्टमेंट नूं भी तुसीं कर सकते हो। असी तुहाडी जिहड़ी रिक्वेस्ट है वो साडी कमेटी बनी हुई है DC साहब की, सिविल सर्जन साहब की, उस कमेटी दे विच असी तुहाडा केस रख के उसनूं रिव्यू करवा देवांगे। इस करके बिल्कुल भी ब्लैकमेल होने की किसी लोड़ नहीं है। तुसीं अपना तुहाडा हक है, जो सरकार वालों रेट फिक्स है उस ते ही तुहाडा इलाज होगा। बलवीर सिंह इन्हों ने यही शब्द लिखा कि ऑटो एंड बसेज फुल कैपेसिटी ते चल रहे हैं तो इन्हों के खिलाफ एक्शन लिया जाए। बिल्कुल बलवीर जी, असी एक बार चैक भी दोबारा करा लाँगे।
ਜਿਹੜੇ ਬਸ ਫੇਸਬੁੱਕ ਤੇ ਤੁਹਾਨੂੰ ਲਿੰਕਸ ਪਾ ਦਾਂਗੇ। ਸਵੇਰੇ 8 ਵਜੇ ਤੋਂ ਲੈ ਕੇ 2 ਵਜੇ ਤੱਕ ਤਾਂ ਹੁੰਦੀ ਹੈ। ਕਿਸੇ ਵੀ ਬੰਦੇ ਨੇ ਕਰਾਉਣਾ ਹੋਵੇ ਉੱਥੇ ਪਹੁੰਚ ਜਾਏ, ਉਹਦਾ ਟੈਸਟ ਹੋ ਜਾਵੇਗਾ, ਕੋਈ ਉਹਦੇ ਪੈਸੇ ਨਹੀਂ ਲੱਗਣੇ, ਕੋਈ ਕੁਛ ਨਹੀਂ ਲੱਗਣਾ। ਐਂਡ ਉਹਦਾ ਜਿਹੜਾ ਰਿਜ਼ਲਟ ਹੈ ਉਹ ਰਿਜ਼ਲਟ ਉਹਨੂੰ SMS ਰਾਹੀਂ ਸਰਕਾਰ ਤੋਂ ਸਿੱਧਾ ਉਹਦੇ फ़ोन ਤੇ ਆ ਜਾਏਗਾ। ਕਈ ਵਾਰੀ ਬੰਦੇ ਕੀ ਹੈ ਕਿ ਰਜਿਸਟਰੀ ਜਦੋਂ ਕਰਾਉਂਦੇ ਆ ਆਪਣਾ ਟੈਸਟ ਤੇ ਜਿਹੜਾ फ़ोन ਨੰਬਰ ਹੈ ਉਹ ਕਿਸੇ ਦਾ ਵੈਸੇ ਗਲਤ ਭਰ ਦਿੰਦੇ ਆ ਕਿ ਯਾਰ ਕੋਈ ਸਾਨੂੰ ਤੰਗ ਨਾ ਕਰੇ। ਹੁਣ ਜਿਹੜਾ ਰਿਜ਼ਲਟ ਹੈ ਫਿਰ ਉਹਨਾਂ ਨੂੰ ਉਸ ਨੰਬਰ 'ਤੇ ਹੀ SMS ਰਾਹੀਂ ਜਾਣਾ ਆ। ਉਹ ਕਹਿੰਦੇ ਸਾਨੂੰ ਤਾਂ ਰਿਜ਼ਲਟ ਨਹੀਂ ਮਿਲਿਆ ਜੀ, ਸਾਨੂੰ 4 ਦਿਨ ਹੋ ਗਏ ਜੀ, 3 ਦਿਨ ਹੋ ਗਏ। ਉਹ ਰਿਜ਼ਲਟ फ़ोन ਨੰਬਰ ਤੁਸੀਂ ਆਪਣਾ ਜ਼ਰੂਰ ਠੀਕ ਭਰਨਾ ਹੈ। ਤੇ ਇਸ ਕਰਕੇ ਟੈਸਟਿੰਗ ਹੋ ਰਹੀ ਹੈ। ਡੋਰ ਟੂ ਡੋਰ ਟੈਸਟਿੰਗ ਲਈ ਵੀ 5 ਬੱਸਿਸ ਚੱਲ ਰਹੀਆਂ ਜੋ ਕਿ ਡੇਲੀ ਡੋਰ ਟੂ ਡੋਰ ਜਿਹੜੇ ਇਲਾਕੇ ਦੇ ਬੰਦੇ ਉਹ ਸੈਂਟਰਾਂ ਤੱਕ ਨਹੀਂ ਪਹੁੰਚ ਪਾਉਂਦੇ ਉਹਨਾਂ ਤੱਕ ਜਾ ਰਹੀ ਹੈ। ਐਂਡ ਇਹ ਸਰਕਾਰੀ ਜਗ੍ਹਾ ਤੋਂ ਇਲਾਵਾ ਵੀ 15 ਪ੍ਰਾਈਵੇਟ ਸੈਂਟਰਸ ਹਨ ਲੁਧਿਆਣੇ ਦੇ ਵਿੱਚ ਜਿਹੜੇ ਕਿ ਪ੍ਰਾਈਵੇਟ ਟੈਸਟ ਕਰ ਰਹੇ ਹੈ। ਉਹਨਾਂ ਦੇ ਰੇਟਸ ਗਵਰਨਮੈਂਟ ਵੱਲੋਂ 2400 ਰੁਪਏ ਪਰ ਟੈਸਟ ਦਾ ਫਿਕਸ ਕੀਤਾ ਹੋਇਆ ਹੈ। ਸਰਕਾਰੀ ਤਾਂ ਫ੍ਰੀ ਹੈ, ਪ੍ਰਾਈਵੇਟਾਂ ਦੇ ਵਿੱਚ DMC ਤੁਸੀਂ ਕਰਾ ਸਕਦੇ ਹੋ, CMC ਕਰਾ ਸਕਦੇ ਹੋ। ਜਿੰਨੇ ਵੀ ਵੱਡੇ ਹਸਪੀਟਲ ਹੈ ਅਪੋਲੋ, ਫੋਰਟਿਸ, SPS, ਓਸਵਾਲ, ਇਹਨਾਂ ਦੇ ਵਿੱਚ ਵੀ ਸਾਰਿਆਂ ਦੇ ਵਿੱਚ ਟੈਸਟਿੰਗ ਦੀ ਫੈਸਿਲਿਟੀ ਅਵੇਲੇਬਲ ਹੈ। ਕੇਵਲ ਇਹਨਾਂ ਦੇ ਪੈਸੇ ਜਿਹੜੇ ਹੈ ਉਹ 2400 ਰੁਪਇਆ ਹੈ। ਉਹ ਤੁਸੀਂ ਜਿਸ ਹਿਸਾਬ ਨਾਲ ਵੀ ਤੁਹਾਡਾ ਪਬਲਿਕ ਦਾ ਜੀ ਕਰੇ ਉਹ ਕਰਾ ਸਕਦੀ ਹੈ। ਵਿਕਾਸ ਕਾਲਰਾ ਇਹਨਾਂ ਨੇ ਪੁੱਛਿਆ ਹੈਗਾ ਕਿ ਹੈਬੋਵਾਲ ਜੱਸੀਆਂ ਰੋਡ 'ਤੇ ਕਾਫੀ ਜਾਮ ਲੱਗਿਆ ਹੁੰਦਾ ਹੈ ਅਤੇ ਦੁਕਾਨਾਂ ਸੈਟਰਡੇ ਸੰਡੇ ਵੀ ਖੁੱਲ੍ਹੀਆਂ ਹੁੰਦੀਆਂ। ਵਿਕਾਸ ਜੀ ਅਸੀਂ ਚੈੱਕ ਕਰਵਾ ਲਵਾਂਗੇ। ਸੈਟਰਡੇ ਸੰਡੇ ਦਾ ਇਹ ਹੈ ਕਿ ਜਿਹੜੀ ਇਸੈਂਸ਼ੀਅਲ ਸ਼ਾਪਸ ਹਨ, ਇਸੈਂਸ਼ੀਅਲ ਸ਼ਾਪਸ ਦੇ ਵਿੱਚ ਰਾਸ਼ਨ ਦੀ ਹੋ ਗਈ, ਦੁੱਧ ਦੀ, ਸਬਜ਼ੀ ਦੀ, ਦਵਾਈਆਂ ਦੀ, ਇਹ ਸੈਟਰਡੇ ਸੰਡੇ ਵੀ ਖੁੱਲ੍ਹ ਸਕਦੀਆਂ। ਅਤੇ ਬਾਕੀ ਜਿਹੜੇ ਨੋਨ ਇਸੈਂਸ਼ੀਅਲ ਸ਼ਾਪਸ ਜਿੱਦਾਂ ਕੱਪੜੇ ਦੀ ਹੋ ਗਈ, ਕੋਈ ਜਵੈਲਰੀ ਦੀ ਹੋ ਗਈ, ਕੋਈ ਉਹ ਨੋਨ ਇਸੈਂਸ਼ੀਅਲ ਜਿਹੜੀ ਕਿ ਉਹ ਹੋ ਗਈਆਂ ਇਲੈਕਟ੍ਰੋਨਿਕਸ ਵਗੈਰਾ ਦੀ, ਉਹ ਸਾਨੂੰ ਮਿਲ ਰਿਹਾ ਹੈ। ਜੋ ਵੀ ਸਾਡੇ ਦਿਮਾਗ 'ਚ ਆ ਰਿਹਾ ਹੈ ਜਾਂ ਜੋ ਵੀ ਪਬਲਿਕ ਸਾਨੂੰ ਸੁਜੈਸਟ ਕਰ ਰਹੀ ਹੈ ਉਹ ਸਾਰੇ ਹੀ ਅਸੀਂ ਵਰਤ ਰਹੇ ਹਾਂ। ਅਤੇ ਮੈਂ ਸਮਝਦਾ ਕਿ ਹੁਣ ਅੱਜ ਦੇ ਟਾਈਮ ਹਰ ਬੰਦੇ ਨੂੰ ਪਤਾ ਹੈ ਕਿ ਕੋਰੋਨਾ ਕੀ ਹੈ, ਇਹਦਾ ਬਚਾਅ ਕੀ ਹੈ, ਮਾਸਕ ਕਿੱਦਾਂ ਪਾਉਣਾ ਹੈ, ਕਦੋਂ ਪਾਉਣਾ ਹੈ, ਇਮਿਊਨਿਟੀ ਨੂੰ ਕਿਸ ਹਿਸਾਬ ਨਾਲ ਬੂਸਟ ਕਰਕੇ ਰੱਖਣਾ ਹੈ, ਕਰਾਊਡਡ ਪਲੇਸ 'ਤੇ ਜਾਣਾ ਹੈ ਕਿ ਨਹੀਂ ਜਾਣਾ। ਹੁਣ ਪਤਾ ਕਈ ਵਾਰੀ ਹੋਣ ਦੇ ਬਾਵਜੂਦ ਬੰਦਾ ਨਜ਼ਰਅੰਦਾਜ਼ ਕਰ ਦਿੰਦਾ ਹੈ। ਨਜ਼ਰਅੰਦਾਜ਼ ਕਿੱਦਾਂ ਕਿ ਕੋਈ ਪਾਰਟੀ ਦੇ ਵਿੱਚ ਗਏ, ਹੁਣ ਆਪਾਂ ਨੂੰ ਪਤਾ ਹੈ ਕਿ ਪਾਰਟੀ ਦੇ ਵਿੱਚ ਆਪਾਂ ਮਾਸਕ ਨਹੀਂ ਉਤਾਰਨਾ, ਲੇਕਿਨ ਉਹ ਕਹਿੰਦੇ ਕਿ ਚਲੋ ਪਾਰਟੀ ਦੇ ਵਿੱਚ ਜੇ ਗਏ ਹੈ ਤਾਂ ਖਾਣਾ ਹੀ ਹੈ। ਅਤੇ ਉਹ ਚੀਜ਼ਾਂ ਫਿਰ ਚੱਕਰ ਹੈ। ਹੁਣ ਦੱਸੋ ਇਸ ਸਰਕਾਰ ਜ਼ਿੰਮੇਦਾਰ ਹੈ ਕਿ ਪਬਲਿਕ ਜ਼ਿੰਮੇਦਾਰ ਹੈ? ਇਸ ਕਰਕੇ ਇਹ ਤਾਂ ਸਾਰਿਆਂ ਦੀ ਲੜਾਈ ਹੈ, ਆਪਾਂ ਸਾਰਿਆਂ ਨੂੰ ਹੀ ਇਹਦੇ ਵਿੱਚ ਹਿੱਸਾ ਪਾਉਣਾ ਹੈ। ਸਤਿੰਦਰ ਸਿੰਘ ਕੁਕਰੇਜਾ ਇਹਨਾਂ ਨੇ ਲਿਖਿਆ ਹੈ ਪਲੀਜ਼ ਇੰਸਟਰਕਟ ਆਲ ਲੈਬਸ ਟੂ ਗਿਵ CT ਵੈਲਿਊ ਰਿਪੋਰਟ ਵਿਦ ਕੋਰੋਨਾ ਟੈਸਟ ਰਿਪੋਰਟ। ਦੇਖੋ ਇਹ CT ਵੈਲਿਊ ਰਿਪੋਰਟ ਹੁੰਦੀ ਹੈ ਜਿਸ 'ਚ ਕਿ ਥੋੜ੍ਹਾ ਜਿਹਾ ਸਿੰਪਟਮਸ ਵਗੈਰਾ ਪਤਾ ਲੱਗ ਜਾਂਦੇ ਹੈ। ਅਸੀਂ ਇਸ ਚੀਜ਼ ਤੁਹਾਡੇ ਕੁਐਸਚਨ ਨੂੰ ਸਿਵਲ ਸਰਜਨ ਸਾਹਿਬ ਨਾਲ ਡਿਸਕਸ ਕਰਾਂਗੇ ਸਤਿੰਦਰ ਜੀ, ਥੋੜ੍ਹਾ ਜਿਹਾ ਟੈਕਨੀਕਲ ਕੁਐਸਚਨ ਹੈ। ਐਂਡ ਫਿਰ ਅਸੀਂ ਤੁਹਾਨੂੰ ਤੁਹਾਡੇ ਪਰਸਨਲ ਰਿਪਲਾਈ ਦੇਵਾਂਗੇ ਕਿ ਇਸ ਚੀਜ਼ ਦਾ ਅਸੀਂ ਕੀ ਕਰ ਰਹੇ ਹਾਂ। ਰਵੀ ਧੀਰ ਇਹਨਾਂ ਨੇ ਲਿਖਿਆ ਹੈ ਕੈਨ ਵੀ ਗੋ ਹੋਮ ਆਈਸੋਲੇਸ਼ਨ ਆਫਟਰ ਗੈਟਿੰਗ ਪੋਜ਼ਿਟਿਵ ਇਨ ਲੁਧਿਆਣਾ। ਬਿਲਕੁਲ, ਦੇਖੋ ਰਵੀ ਜੀ ਮੈਂ ਤੁਹਾਨੂੰ ਦੱਸ ਹੀ ਚੁੱਕਿਆ, ਜੇ ਤੁਹਾਡੀ ਸਪੋਜ਼ ਤੁਸੀਂ ਟੈਸਟ ਦਿੱਤਾ, ਪਰਸੋਂ ਤੁਸੀਂ ਟੈਸਟ ਦੇ ਕੇ ਆਏ, ਤੁਸੀਂ ਘਰ ਬੈਠੇ ਹੋ, ਤੁਹਾਨੂੰ SMS ਆ ਗਿਆ ਕਿ ਜੀ ਯੂ ਆਰ ਫਾਊਂਡ ਪੋਜ਼ਿਟਿਵ, ਤੁਹਾਨੂੰ ਘਬਰਾਉਣ ਦੀ ਲੋੜ ਨਹੀਂ। ਤੁਸੀਂ ਕਰਨਾ ਕੀ ਹੈ, ਤੁਸੀਂ ਜੋ ਤਾਂ ਤੁਸੀਂ ਪਹਿਲਾਂ ਪਰਿਵਾਰ ਦੇ ਮੈਂਬਰਸ ਨੂੰ ਮਿਲ ਚੁੱਕੇ ਹੋ ਉਹ ਤਾਂ ਚਲੋ ਤੁਸੀਂ ਹੁਣ ਵਾਪਸ ਨਹੀਂ ਲੈ ਸਕਦੇ। ਤੁਸੀਂ ਇਕਾਂਤਵਾਸ ਯਾਨੀ ਇੱਕ ਸੈਪਰੇਟ ਕਮਰੇ ਦੇ ਵਿੱਚ ਚਲੇ ਜਾਣਾ ਹੈ। ਉਸ ਕਮਰੇ ਨੂੰ ਸੈਪਰੇਟ ਕਮਰੇ ਦੇ ਵਿੱਚ ਅਟੈਚ ਲੈਟ ਬਾਥ ਹੋਵੇ ਉੱਥੇ ਚਲੇ ਜਾਓ। ਐਂਡ ਪਰਿਵਾਰ ਦੇ ਮੈਂਬਰਸ ਨੂੰ ਕਹਿ ਦਿਓ ਬਈ ਤੁਸੀਂ ਮੈਨੂੰ ਖਾਣਾ ਪੀਣਾ ਸਾਰਾ ਅੰਦਰ ਹੀ ਦੇਣਾ ਹੈ। ਆਪਣੇ ਬਰਤਨ ਤੁਸੀਂ ਸੈਪਰੇਟ ਕਰ ਲੈਣੇ ਆ, ਅੰਦਰ ਹੀ ਬਰਤਨ ਸਾਫ਼ ਕਰਕੇ ਅੰਦਰ ਹੀ ਰੱਖ ਲੈਣੇ ਆ। ਜਦੋਂ ਤੁਸੀਂ ਖਾਣਾ ਲੈਣਾ ਹੋਵੇ ਬਰਤਨ ਬਾਹਰ ਰੱਖ ਦੇਣੇ, ਤੁਹਾਡੇ ਪਰਿਵਾਰ ਦੇ ਮੈਂਬਰਸ ਨੇ ਖਾਣਾ ਉਹਦੇ ਵਿੱਚ ਪਾ ਦੇਣਾ ਹੈ, ਤੁਸੀਂ ਅੰਦਰ ਲੈ ਕੇ ਖਾਣਾ ਪੀਣਾ ਖਾ ਲੈਣਾ ਹੈ। ਕੱਪੜੇ ਵਗੈਰਾ ਕੋਸ਼ਿਸ਼ ਕਰੋ ਕਿ ਆਪ ਹੀ ਸਾਫ਼ ਕਰ ਲਓ ਆਪਣੇ। ਅਤੇ ਇੱਕ ਅਸੀਂ ਪੁਲਿਸ ਮੁਲਾਜ਼ਮ ਜਿਹੜੇ ਆਪਣੇ ਇਕਾਂਤਵਾਸ ਦੇ ਵਿੱਚ ਜਾਂਦੇ ਸੀ ਉਹਨਾਂ ਦੇ ਲਈ ਇੱਕ ਕਿੱਟ ਬਣਾਈ, ਇੰਡੀਕੇਟਰ ਹੈ ਕਿ ਕੋਰੋਨਾ ਦੀ ਬਿਮਾਰੀ ਤੁਹਾਡੇ ਅੰਦਰ ਕਿੰਨੀ ਐਂਟਰ ਕੀਤੀ ਹੈ। ਆਕਸੀਜਨ, ਕਿਉਂਕਿ ਇਹ ਕੋਰੋਨਾ ਹੈ, ਲੰਗਸ ਦੇ ਉੱਪਰ ਇੰਪੈਕਟ ਕਰਦਾ ਹੈ, ਲੰਗਸ ਦੇ ਉੱਪਰ ਪ੍ਰਭਾਵ ਪਾਉਂਦਾ ਹੈ। ਅਤੇ ਆਕਸੀਜਨ ਦਾ ਜੇ ਤੁਹਾਡਾ ਲੈਵਲ ਹੈ ਜੇ 94% ਤੋਂ 94 ਤੋਂ ਉੱਪਰ ਹੈ ਤਾਂ ਇਹਦਾ ਮਤਲਬ ਤੁਹਾਡੇ ਲੰਗਸ ਅਫੈਕਟ ਨਹੀਂ ਹੋਏ, ਤੁਹਾਡਾ ਠੀਕ ਹੈ ਸਿਸਟਮ। ਅਤੇ ਇਸ ਕਰਕੇ ਆਕਸੀਮੀਟਰ ਛੋਟੀ ਜਿਹੀ ਇੱਕ ਡਿਵਾਈਸ ਹੁੰਦੀ ਹੈ, ਉਂਗਲ ਉਹਦੇ ਵਿੱਚ ਲਗਾ ਕੇ ਆਪਾਂ ਆਕਸੀਜਨ ਲੈਵਲ ਚੈੱਕ ਕਰਦੇ ਹਾਂ। ਉਹ ਇੱਕ ਕਿੱਟ ਅਸੀਂ ਬਣਾਈ ਹੈ ਜਿਹੜੇ ਕਿ ਪੁਲਿਸ ਮੁਲਾਜ਼ਮ ਜਦੋਂ ਪੋਜ਼ੀਟਿਵ ਆ ਜਾਂਦੇ ਹੈ ਉਹਨਾਂ ਨੂੰ ਹੋਮ ਆਈਸੋਲੇਟ ਕਰਨਾ ਹੁੰਦਾ ਤਾਂ ਉਹਨਾਂ ਨੂੰ ਅਸੀਂ ਕਿੱਟ ਇੱਕ ਦੇ ਦਿੰਦੇ ਹਾਂ ਪੁਲਿਸ ਵੱਲੋਂ
ਜਿਸ 'ਚ ਆਕਸੀਮੀਟਰ ਹੁੰਦਾ ਹੈ, ਇੱਕ ਥਰਮਾਮੀਟਰ ਹੁੰਦਾ ਹੈ ਜਿਹੜਾ ਕਿ ਮੂੰਹ ਦੇ ਵਿੱਚ ਪਾ ਕੇ ਆਪਾਂ ਟੈਂਪਰੇਚਰ ਚੈੱਕ ਕਰ ਸਕਦੇ ਹਾਂ। ਡਾਕਟਰਸ ਇਹ ਕਹਿੰਦੇ ਆ ਕਿ ਜੇ ਟੈਂਪਰੇਚਰ ਤੁਹਾਡਾ 101 ਤੋਂ ਘੱਟ ਹੈ ਤਾਂ ਕੋਈ ਘਬਰਾਉਣ ਵਾਲੀ ਗੱਲ ਨਹੀਂ। 101 ਤੱਕ ਤੁਸੀਂ, ਜੇ 100 ਤੋਂ ਉੱਪਰ ਹੋ ਗਿਆ, 100 ਔਰ 101 ਦੇ ਵਿੱਚ ਤੁਸੀਂ ਆਪਣੀ ਪੈਰਾਸੀਟਾਮੋਲ ਦੀ ਗੋਲੀ ਲੈ ਲਓ, ਉਹਦੇ ਨਾਲ ਕੰਟਰੋਲ ਹੋ ਜਾਂਦਾ ਹੈ। ਜੇ 101 ਤੋਂ ਉੱਪਰ ਹੈ ਫਿਰ ਤੁਹਾਨੂੰ ਹਸਪੀਟਲ ਜਾਣਾ ਚਾਹੀਦਾ ਹੈ। ਇਸੇ ਤਰੀਕੇ ਨਾਲ ਜੇ ਤੁਹਾਡਾ ਪਲਸ 94 ਤੱਕ ਹੈ ਕੋਈ ਪ੍ਰੋਬਲਮ ਨਹੀਂ, 94 ਤੋਂ ਥੱਲੇ ਡਿੱਗ ਗਿਆ ਫਿਰ ਤੁਸੀਂ ਹਸਪੀਟਲ ਜਾਣਾ ਹੈ। ਇਹ ਉਹਦੇ ਵਿੱਚ ਕਿੱਟ ਦੇ ਵਿੱਚ ਸਟੀਮਰ ਹੈ ਭਾਪ ਲੈਣ ਲਈ, ਤੁਸੀਂ ਭਾਪ ਲੈ ਸਕਦੇ ਹੋ ਦਿਨ ਦੇ ਵਿੱਚ 2 ਵਾਰੀ। ਅਤੇ ਹੈਂਡ ਸੈਨੀਟਾਈਜ਼ਰ ਹੈ, ਕਿਉਂਕਿ ਆਮ ਤੌਰ 'ਤੇ ਘਰਾਂ ਦੇ ਵਿੱਚ ਹੈਂਡ ਸੈਨੀਟਾਈਜ਼ਰ ਹੁੰਦੇ ਨਹੀਂ ਹੈ। ਹੁਣ ਹੈਂਡ ਸੈਨੀਟਾਈਜ਼ਰ ਸਰਕਾਰੀ ਡਿਪਾਰਟਮੈਂਟ ਵਗੈਰਾ ਔਰ ਫੈਕਟਰੀ ਫੁਕਟਰੀਆਂ ਦੇ ਵਿੱਚ ਤਾਂ ਹੁੰਦੇ ਹੀ ਹੈ, ਅਤੇ ਜਿਹੜੇ ਬੰਦਾ ਫਿਰ ਪੋਜ਼ੀਟਿਵ ਆ ਗਿਆ ਉਹਦੇ ਕੋਲ ਨਹੀਂ ਹੁੰਦਾ, ਅਤੇ ਉਹ ਹੈਂਡ ਸੈਨੀਟਾਈਜ਼ਰ ਦਾ ਹੁੰਦਾ ਕਿ ਤੁਸੀਂ ਜਿਹੜੀ ਚੀਜ਼ਾਂ ਨੂੰ ਤੁਸੀਂ ਟੱਚ ਕਰ ਰਹੇ ਹੋ ਉਹਨਾਂ ਨੂੰ ਤੁਸੀਂ ਸੈਨੀਟਾਈਜ਼ ਕਰ ਸਕਦੇ ਹੋ। ਜੇ ਤੁਸੀਂ ਟੀਵੀ ਦਾ ਰਿਮੋਟ ਵਗੈਰਾ ਜਾਂ ਕੋਈ ਵੀ ਚੀਜ਼ ਉਹ ਤੁਸੀਂ ਟੱਚ ਕਰ ਸਕਦੇ ਹੋ। ਜੇ ਹੈਂਡਲ ਹੈ ਆਪਣਾ ਰੂਮ ਦਾ ਹੈਂਡਲ ਹੈ, ਉਸ ਤਰੀਕੇ ਦਾ ਹੁੰਦਾ ਹੈ। ਚੌਥੀ ਇਸ ਦੇ ਵਿੱਚ ਆਪਣੀ ਇਹ ਆਪਣੀ ਵਿਟਾਮਿਨ ਸੀ ਦੀ ਟੈਬਲੇਟ ਹੈ, ਵਿਟਾਮਿਨ ਡੀ ਦੀ ਟੈਬਲੇਟ ਹੈ। ਵਿਟਾਮਿਨ ਸੀ ਦੀ ਟੈਬਲੇਟ ਹੁਣ ਡਾਕਟਰਸ ਕਹਿੰਦੇ ਆ ਕਿ ਇਹਦੇ ਵਿੱਚ ਕੋਈ ਵੀ ਚੀਜ਼ ਜਿਸ 'ਚ ਵਿਟਾਮਿਨ ਸੀ ਹੁੰਦਾ ਹੈ ਉਹ ਜ਼ਰੂਰ ਲੈਣੀ ਚਾਹੀਦੀ ਹੈ ਕੋਰੋਨਾ ਦੇ ਕਰਕੇ। ਅਤੇ ਕਿੱਟ ਦੇ ਵਿੱਚ ਹੀ ਅਸੀਂ ਪਾਈ ਹੈ ਵਿਟਾਮਿਨ ਸੀ, ਡੀ, ਜ਼ਿੰਕ ਦੀ ਟੈਬਲੇਟ। ਐਂਡ ਕਈ ਵਾਰੀ ਕੀ ਹੁੰਦਾ ਹੈ ਕਿ ਇਸ 'ਚ ਬੈਠੇ ਬੈਠੇ ਗੈਸ ਬਣ ਜਾਂਦੀ ਹੈ। ਜਦੋਂ ਜਿਹੜੇ ਬੰਦੇ ਨੂੰ ਕੰਮ ਦੀ ਆਦਤ ਹੁੰਦੀ ਹੈ, ਜੇ ਉਸਨੂੰ ਕਿਹਾ ਜਾਵੇ ਤੂੰ 15 ਦਿਨ ਇੱਕ ਕਮਰੇ ਦੇ ਵਿੱਚ ਹੀ ਰਹਿਣਾ ਹੈ, ਗੈਸ ਸੁਪਰੇਡਿਨ ਐਂਡ ਜਾਂ ਫਿਰ ਉਹ ਕੀ ਕਹਿੰਦੇ ਹੋ ਉਸਨੂੰ ਇੱਕ ਦੂਜੀ ਟੈਬਲੇਟ ਹੁੰਦੀ ਹੈ ਮਲਟੀਵਿਟਾਮਿਨ ਦੀ, ਉਹ ਆਪਣੀ ਹੈ। ਇਹ ਕਫ ਸੀਰਪ ਹੈ, ਕਈ ਵਾਰੀ ਥੋੜ੍ਹੀ ਬਹੁਤੀ ਖੰਘ ਹੋ ਜਾਂਦੀ ਹੈ ਅਤੇ ਉਸ 'ਚ ਵੀ ਘਬਰਾਉਣ ਦੀ ਲੋੜ ਨਹੀਂ। ਛੋਟੀ ਮੋਟੀ ਕਫ ਸੀਰਪ ਤੁਸੀਂ ਐਲੈਕਸ ਵਗੈਰਾ ਉਸ ਕਿੱਟ ਦੇ ਵਿੱਚ ਹੀ ਅਸੀਂ ਪਾਇਆ ਹੋਇਆ ਹੈ। ਗਾਰਗਲਸ ਦਾ ਵਿਟਾਡਾਈਨ ਗਾਰਗਲਸ ਪਾਏ ਹੈ, ਸੈਟਰੀਜਨ ਦੀ ਟੈਬਲੇਟ ਪਾਈ ਹੈ। ਫੇਸ ਮਾਸਕ, ਕਿਉਂਕਿ ਫੇਸ ਮਾਸਕ ਜ਼ਰੂਰੀ ਹੈ। ਜਿਹੜਾ ਬੰਦਾ ਪੋਜ਼ੀਟਿਵ ਹੈ ਉਹਨੇ ਤਾਂ ਫੇਸ ਮਾਸਕ ਲਗਾਉਣਾ ਹੀ ਲਗਾਉਣਾ ਹੈ, ਕਿਉਂਕਿ ਜਿਹੜਾ ਐਟਮੋਸਫੇਅਰ ਦੇ ਵਿੱਚ ਉਹਦੀ ਖੰਘ ਜਾਂ ਉਹਦੇ ਕੋਈ ਕੀਟਾਣੂ ਹੈ ਉਹ ਨਹੀਂ ਜਾਣੇ ਚਾਹੀਦੇ। ਅਤੇ ਬੈਲੂਨ ਐਕਸਰਸਾਈਜ਼ ਲਈ, ਜਿਹੜੀ ਲੰਗਸ ਦੀ ਐਕਸਰਸਾਈਜ਼ ਲਈ ਬੈਲੂਨ ਫੁਲਾਉਣ ਦੀ ਐਕਸਰਸਾਈਜ਼ ਹੈ ਜੋ ਡਾਕਟਰਸ ਨੇ ਪ੍ਰਿਸਕ੍ਰਾਈਬ ਕੀਤੀ ਹੈ। ਤੁਲਸੀ ਦੀ ਲੀਵਸ ਹੈ। ਇਹ 18 ਆਈਟਮਸ ਹੈ ਜਿਹੜੇ ਕਿ ਕੋਰੋਨਾ ਕਿੱਟ ਦੇ ਵਿੱਚ ਅਸੀਂ ਪਾਏ ਹੈ। ਜਿਹੜੇ ਵੈਸੇ ਤਾਂ ਜਿਹੜੇ ਮੈਂਡੇਟਰੀ ਹੈ ਉਸ 'ਚ ਤਾਂ ਮੈਂਡੇਟਰੀ ਦੇ ਵਿੱਚ ਤਾਂ ਕੇਵਲ ਇਹ ਆਕਸੀਮੀਟਰ, ਥਰਮਾਮੀਟਰ, ਵਿਟਾਮਿਨ ਸੀ ਔਰ ਜ਼ਿੰਕ ਹੈ। ਬਾਕੀ ਸਾਰੀ ਚੀਜ਼ਾਂ ਵੀ ਇਸ ਕਰਕੇ ਅਸੀਂ ਪਾਈਆਂ ਪੁਲਿਸ ਦੀ ਕਿੱਟ ਦੇ ਵਿੱਚ ਕਿ ਕਿਤੇ ਨਾ ਕਿਤੇ ਇਹਨਾਂ ਦੀ ਲੋੜ ਪੈ ਹੀ ਜਾਂਦੀ ਹੈ। ਕਿਸੇ ਬੰਦੇ ਨੂੰ ਕੋਈ ਖਾਂਸੀ ਹੋ ਗਈ ਰਾਤ ਨੂੰ, ਉਹ ਜੇ ਰਾਤ ਨੂੰ 8 ਵਜੇ ਖਾਂਸੀ ਹੋ ਗਈ ਬੰਦਾ ਪੈਨਿਕ ਕਰ ਜਾਂਦਾ ਹੈ, ਜਦਕਿ ਇਹਦੇ ਵਿੱਚ ਡਾਕਟਰਸ ਇਹ ਕਹਿੰਦੇ ਆ ਕਿ ਕਫ ਸੀਰਪ ਲੈ ਲੇ ਬੰਦਾ 2 ਚਮਚ, ਅਤੇ ਜ਼ਿਆਦਾ ਹੈ ਖਾਂਸੀ ਤਾਂ ਸੈਟਰੀਜਨ ਦੀ ਇੱਕ ਟੈਬਲੇਟ ਲੈ ਲੇ ਅਤੇ ਉਹਦੇ ਨਾਲ ਹੀ ਖਾਂਸੀ ਖਤਮ ਹੋ ਜਾਂਦੀ ਹੈ, ਉੱਥੇ ਹੀ ਕਿਉਂ ਦਬ ਜਾਂਦੀ ਹੈ। ਅਤੇ ਇਹ ਕਿੱਟ ਹੈ ਜਿਹੜੀ ਕਿ ਅਸੀਂ ਲੁਧਿਆਣੇ ਦੇ ਵਿੱਚ ਅਸੀਂ ਡੋਰ ਟੂ ਡੋਰ ਜਿਹੜੇ ਬੰਦੇ ਪੋਜ਼ੀਟਿਵ ਆ ਰਹੇ ਹਨ ਉਹਨਾਂ ਦੇ ਘਰਾਂ ਤੱਕ ਇਹ ਪਹੁੰਚਾ ਰਹੇ ਹਾਂ। ਹਾਲਾਂਕਿ ਕੋਸਟ ਬੇਸਿਸ 'ਤੇ ਪਹੁੰਚਾ ਰਹੇ ਹਾਂ। ਅਸੀਂ 1700 ਰੁਪਏ ਦੀ ਇਹ ਕਿੱਟ ਹੈ 18 ਆਈਟਮਸ ਦੀ। ਐਂਡ ਇਸ ਨੂੰ ਅਸੀਂ ਇੱਕ NGO ਨਾਲ ਅੱਜ ਹੀ ਤਾਲਮੇਲ ਕੀਤਾ ਹੈ ਕਿ ਜਿਹੜੀ NGO ਪੁਲਿਸ ਲਾਈਨ ਦੀ ਕੈਂਟੀਨ ਤੋਂ ਇਸ ਨੂੰ ਖਰੀਦੇਗੀ ਐਂਡ ਉਹ ਡੋਰ ਟੂ ਡੋਰ ਉਹਨਾਂ ਨੂੰ ਫ੍ਰੀ ਜੋ ਆਪਣੇ ਵਿਦਆਊਟ ਹੈਂਡਲਿੰਗ ਚਾਰजेस 1700 ਰੁਪਏ ਦੇ ਵਿੱਚ ਪਹੁੰਚਾਏਗੀ। ਅਤੇ ਇਸ ਨੂੰ ਤੁਸੀਂ ਲੈ ਸਕਦੇ ਹੋ। ਅਦਰਵਾਈਜ਼ ਜੇ ਕੋਈ ਬੰਦਾ ਸਿੱਧਾ ਹੀ ਲੈਣਾ ਚਾਹਵੇ, ਇਹਦਾ ਇੱਕ फ़ोन ਨੰਬਰ ਹੈ ਸਾਡਾ ਕੋਰੋਨਾ ਕਿੱਟ ਨੂੰ ਲੈਣ ਲਈ 7837018500। ਇਹ ਪੁਲਿਸ ਲਾਈਨ ਦੇ ਕੰਟਰੋਲ ਰੂਮ ਦਾ ਨੰਬਰ ਹੈ। ਇਸ ਨੰਬਰ 'ਤੇ ਤੁਸੀਂ ਕਾਲ ਕਰਕੇ ਆਪਣਾ ਆਰਡਰ ਦੇ ਸਕਦੇ ਹੋ। ਤੁਹਾਨੂੰ ਹੋਮ ਡਿਲੀਵਰੀ ਅਸੀਂ ਇਸ ਕਿੱਟ ਦੀ ਕਰਵਾ ਦਾਂਗੇ, ਕਿਉਂਕਿ ਜਿਹੜਾ ਬੰਦਾ ਪੋਜ਼ੀਟਿਵ ਹੁੰਦਾ ਹੈ ਉਹ ਬੰਦਾ ਆਪ ਤਾਂ ਉਸ ਨੂੰ ਐਡਵਾਈਜ਼ੇਬਲ ਨਹੀਂ ਹੈ ਕਿ ਜੋ ਦੁਕਾਨ 'ਤੇ ਜਾ ਕੇ ਖਰੀਦੇ, ਕਿ ਅਸੀਂ ਇਸ ਚੀਜ਼ ਨੂੰ ਕਰਵਾ ਰਹੇ ਹਾਂ। ਅਤੇ ਜੇ ਕਿਸੇ ਆਰਗੇਨਾਈਜੇਸ਼ਨ ਨੇ ਕਿਟਸ ਜ਼ਿਆਦਾ ਲੈਣੀ ਹੈ ਉਹ ਤੁਸੀਂ ਇਹ ਆਪਣਾ ਜਿਹੜਾ ਈਮੇਲ ਐਡਰੈਸ ਹੈ ਸਾਡਾ cp.ldh.police@punjab.gov.in ਇਸ ਈਮੇਲ 'ਤੇ ਤੁਸੀਂ ਸਕਦੇ ਹੋ। ਦਿਮਾਗ 'ਚ ਆ ਰਿਹਾ ਹੈ ਜਾਂ ਜੋ ਕੁਝ ਪਬਲਿਕ ਸਾਨੂੰ ਦੱਸ ਰਹੀ ਹੈ, ਜੋ ਰਿਕੁਆਇਰਮੈਂਟ ਸਾਡੇ ਸਾਹਮਣੇ ਆ ਰਹੀਆਂ, ਅਸੀਂ ਕੋਸ਼ਿਸ਼ ਕਰਕੇ ਉਹਨਾਂ ਨੂੰ ਪੂਰਾ ਕਰਵਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਪਬਲਿਕ ਦਾ ਇੱਕ ਕੁਐਸਚਨ ਹੁੰਦਾ ਹੈ ਕਿ ਜੇ ਅਸੀਂ ਕਮਿਸ਼ਨਰ ਪੁਲਿਸ ਨੂੰ ਮਿਲਣਾ ਹੋਵੇ ਕਿਸ ਹਿਸਾਬ ਨਾਲ ਮਿਲ ਸਕਦੇ ਹਾਂ। ਦੇਖੋ ਇਹਦੇ ਲਈ, ਕਿਉਂਕਿ ਹੁਣ ਲੁਧਿਆਣੇ ਦੇ ਵਿੱਚ ਪੀਕ ਟਾਈਮ ਚੱਲ ਰਿਹਾ ਹੈ ਅਤੇ ਅਸੀਂ ਅਵੋਇਡ ਕਰਦੇ ਹਾਂ ਕਿ ਫਿਜ਼ੀਕਲ ਮੀਟਿੰਗ
ਵੈਬਐਕਸ ਦੇ ਲਿੰਕ ਤੇ ਤੁਸੀਂ ਕਰਕੇ ਵੀਡੀਓ ਮੀਟਿੰਗ ਸਾਨੂੰ ਕਰ ਸਕਦੇ ਹੋ, ਸਾਡੇ ਨਾਲ ਕਰ ਸਕਦੇ ਹੋ। ਰੋਜ਼ ਅਸੀਂ 11:30 ਵਜੇ ਤੋਂ ਲੈ ਕੇ 1 ਵਜੇ ਤੱਕ 11:30 ਵਜੇ ਤੋਂ ਲੈ ਕੇ 1 ਵਜੇ ਤੱਕ ਅਸੀਂ ਵੈਬਐਕਸ ਦੇ ਥਰੂ ਵੀਡੀਓ ਮੀਟਿੰਗ ਕਰਦੇ ਹਾਂ ਪਬਲਿਕ ਨਾਲ। ਉਹਦਾ ਡੇਲੀ ਲਿੰਕ ਅਸੀਂ ਚੇਂਜ ਹੁੰਦਾ ਹੈ, ਡੇਲੀ ਲਿੰਕ ਅਸੀਂ ਫੇਸਬੁੱਕ ਤੇ ਆਪਣੇ ਲੁਧਿਆਣਾ ਪੁਲਿਸ ਦੇ ਫੇਸਬੁੱਕ ਤੇ ਪਾ ਦਿੰਦੇ ਹਾਂ। ਤੁਸੀਂ ਉਸ ਨੂੰ ਸਾਡੇ ਨਾਲ ਕੋਈ ਮਿਲਣਾ ਚਾਹੁੰਦੇ ਹੋ, ਤੁਸੀਂ ਉਸ ਵੀਡੀਓ ਕਾਨਫਰੰਸਿੰਗ ਰਾਹੀਂ ਸਾਡੇ ਨਾਲ ਗੱਲ ਕਰ ਸਕਦੇ ਹੋ। ਇਹ गौरव भाटिया इन्होंने क्या पूछा है, अकॉर्डिंग टू न्यू गाइडलाइन सैटरडे संडे लॉकडाउन है या कर्फ्यू है। देखो गौरव जी, तुसी लॉकडाउन और कर्फ्यू के चक्कर च ना पाओ। सैटरडे संडे आपां घर दे विच ही रहना है जदों तक कि लोड़ ना होवे। एटलीस्ट की हुंदा है कि जे आपां 2 दिन अपने घर दे अंदर रहिंदे हैं तो वो जिहड़ी कोरोना की चेन है वो ब्रेक हो जाती है। ठीक है, ਤੁਸੀਂ ਤਾਂ ਮੰਨ ਕੇ ਚਲੋ, ਹਰ ਇੱਕ ਬੰਦੇ ਨੇ ਮੰਨਣਾ ਹੈ ਐਟਲੀਸਟ 2 ਦਿਨ ਅੰਦਰ ਰਹਿਣ ਨਾਲ ਤਾਂ ਆਪਣਾ ਕੋਈ ਇਕਨੋਮਿਕਲੀ ਜਾਂ ਕੋਈ ਕਿਸੇ ਤਰੀਕੇ ਨਾਲ ਨੁਕਸਾਨ ਨਹੀਂ ਹੋਣਾ। ਫਿਰ ਵੀ ਇਸੈਂਸ਼ੀਅਲ ਦੁਕਾਨਾਂ ਖੁੱਲੀਆਂ ਹੋਈਆਂ ਹਨ, ਦਵਾਈ ਦੀ, ਦੁੱਧ ਦੀ, ਸਬਜ਼ੀ ਦੀ, ਰਾਸ਼ਨ ਦੀ। ਉਹ ਇਸ ਕਰਕੇ ਖੁੱਲੀਆਂ ਹੈ ਕਿ ਕਿਸੇ ਬੰਦੇ ਨੂੰ ਇਹ ਮਨ ਦੇ ਵਿੱਚ ਬਹਿ ਨਾ ਹੋਵੇ ਕਿ ਜੀ ਮੈਂ ਸਟੋਰ ਕਰ ਲਵਾਂ। ਉਹ ਸਟੋਰੇਜ ਨੂੰ ਬਚਾਉਣ ਲਈ ਕਿ ਦੁਕਾਨਾਂ ਖੁੱਲੀਆਂ ਰੱਖੀਆਂ। ਬਾਕੀ ਲੇਕਿਨ ਆਪਾਂ 2 ਦਿਨ ਜ਼ਰੂਰ ਚੇਨ ਬ੍ਰੇਕ ਕਰੀਏ ਹਰ ਹਫਤੇ 'ਚ। एडवोकेट वरुण जैन इन्होंने क्या है कि आम लाइसेंसिस का काम कदों चालू होएगा। देखो जिहड़े आम लाइसेंस तुहाडे लैप्स हो रहे हैं, असी सरकार वालों 30 सितंबर तक ऑटोमैटिकली रिन्यूअल उन्होंने दी हुई है। 30 सितंबर तो बाद असी माहौल देख के फिर इसनूं काम नूं स्टार्ट करांगे। थोड़ा जिहा और आपां रखिए हौसला। राजा पावा इन्होंने क्या हैगा, इन्हों का क्वेश्चन है कि 4 बंदे असी जा सकते हैं, बाहर जाना है, उन्होंने एक 10 साल का बच्चा है। देखो जा सकते हैं, तुसी हुण 10 साल के बच्चे नूं कित्थे छड्ड के जाओगे। ये तो पुलिस भी देखो रेशनल ही एक्शन लैंदी है। जे कोई परिवार के जी जा रहे हैं, 3 बंदे बड़े हैं, 10 साल का बच्चा है, हुण कौन रोकूगा तुहानूं। डॉक्टर हरप्रीत सिंह इन्होंने पूछा हैगा सैटरडे मूवमेंट इज़ अलाउड दैन हाउ कंप्लीट कर्फ्यू। मतलब इन्हों का कहना है कि जो सैटरडे तुसी मूवमेंट ही अलाउ कर दी है तो कर्फ्यू का की मतलब। देखो कर्फ्यू तो यह है कि नॉन इसेंशियल काम लई कर्फ्यू है। तुसी जे कपड़े खरीदने चाहो तो वो कर्फ्यू है। जे तुसी कोई तुहानूं दुध लैके आना है या दवाई लैके आनी है, वो कर्फ्यू नहीं है। वो तुहानूं पास की भी लोड़ नहीं, तुसी जाके लै सकते हो। हरमीत जगदेव इन्होंने क्या हैगा कि कुछ पोस्ट सोशल मीडिया ते आ रही हैं कि हॉस्पिटलों के विच मरीज़ों नाल गलत व्यवहार हो रहा है, उन्होंने कोई अंग कड्डे जा रहे हैं। ये देखो मैं पहले ही कह चुकिया कि आपां नूं इन्हां रूमर्स ते ध्यान नहीं देना चाहिए। एंड जे कोई इस तरीके की रूमर फैलाने वाला बंदा जे असी फड़ लिया तो असी बहुत सख्त एक्शन लवांगे। डॉक्टर्स का असी सलूट करते हैं, असी हर हॉस्पिटल दे नाल राबता रखा होया है। एंड कोई भी इस तरीके की नहीं है कि कोई गलत व्यवहार हो रहा है या कोई उन्होंने अंग कोई किसी बंदे दे कट ले, कोई इस तरीके का कोई मैं समझदा कि उस बंदे की डेफिनेशन भी देनी औखी है। जिहड़ा बंदा इस तरीके का काम आज की डेट च करन दी सोचूगा, वैसे तो पॉसीबल ही है नहीं किसी तरीके नाल। बिल्कुल रूमर्स ते तुसी अपना ध्यान ना देवो। कुछ पिंडां दे बंदियां नूं कुछ बंदे भड़का रहे हैं कि टेस्ट ना कराया जाए, इहदे बारे एडमिनिस्ट्रेशन की कर रहा है। देखो ये अवेयरनैस की कई बार आपां नूं कमी हुंदी है। हुण अपने अवेयरनैस टेस्टिंग का तो यही है कि टेस्टिंग एक बहुत इंपॉर्टेंट हथियार है कोरोना के नाल लड़न लई। जे अपना पहले ही आपां नूं पता लग जाए कोरोना का सपोज वायरल लोड अपने ज़्यादा नहीं आया, पहले ही पता लग गया, आपां आइसोलेट कर लिया तो एक तो दूजे बंदियां नूं नहीं फैलावांगे, दूजा आपां जल्दी ठीक हो जावांगे। क्योंकि कोरोना का ये है कि जे तुसी कोरोना तुहानूं हो गया, तुसी एक तो रेस्ट करनी है, मैडिटेशन, पानी ज़्यादा पीना है, थकना नहीं है, ਉਹਦੇ ਨਾਲ रिकवरी अपनी फास्ट हो जाती है। प्लस ਜਿਹੜੇ विटामिन्स और ये सारी चीज़ां ਆਪਾਂ दसियां हैगियां वो चीज़ां यूज़ करनी है। इस करके टेस्टिंग का एक बहुत बड़ा अहम योगदान है। ਜਿਹੜੇ ਬੰਦੇ कोई इस तरीके का किसी दूजे बंदिਆਂ ਨੂੰ बरगला रहे हैं, उन्होंने मेरी सख्त चेतावनी भी है कि इस तरीके का ना काम किया जाए कि पुलिस को कोई सख्त एक्शन उन्होंने खिलाफ लेना पवे। सुमित कौर इन्होंने पूछा हैगा कि काफ़ी जगह ते
देयर इज़ नो करफ्यू आफ्टर 7 ਵਜੇ ਤੋਂ ਬਾਅਦ ਐਂ ਲੱਗਦਾ ਹੈ ਕਿ ਕਰਫਿਊ ਨਹੀਂ ਹੈ। ਦੇਖੋ ਤੁਸੀਂ ਸੁਮਿਤ ਕੌਰ ਜੀ, ਕੋਈ ਇਸ ਤਰੀਕੇ ਦਾ ਤੁਹਾਡੇ ਨੋਟਿਸ ਦੇ ਵਿੱਚ ਹੈ, ਸਾਡਾ ਇੱਕ ਕੋਰੋਨਾ ਵਾਇਲੇਸ਼ਨ ਦਾ ਨੰਬਰ ਹੈ, ਜਿਹੜੇ ਲੁਧਿਆਣੇ ਦੇ ਵਿੱਚ ਕੋਈ ਕੋਰੋਨਾ ਦੀ ਵਾਇਲੇਸ਼ਨ ਕਰਦਾ ਹੈ, ਇਸ ਨੰਬਰ 'ਤੇ ਤੁਸੀਂ WhatsApp ਕਰ ਸਕਦੇ ਹੋ, ਉਹਦੀ ਵੀਡੀਓ ਫੋਟੋ ਵਗੈਰਾ ਜੋ ਵੀ ਕੁਝ ਤੁਹਾਡੇ ਕੋਲ ਵਾਇਲੇਸ਼ਨ ਦੀ ਹੈ, ਅਸੀਂ ਉਹਨਾਂ ਦੇ ਖਿਲਾਫ ਸਖਤ ਐਕਸ਼ਨ ਲੈਂਦੇ ਹਾਂ। ਐਂਡ ਮੈਂ ਤੁਹਾਨੂੰ ਇਹ ਦੱਸਣਾ ਚਾਹਾਂਗਾ, ਇਹ ਨੰਬਰ ਹੈਗਾ 9115901159 9115601159। ठीक है, ये नंबर ਤੁਹਾਡੀ ਸਕਰੀਨ ਤੇ ਆ ਗਿਆ। ਅਸੀਂ ਕਾਫੀ ਐਕਸ਼ਨ ਇਹਨਾਂ ਦੇ ਖਿਲਾਫ ਲੈਂਦੇ ਹਾਂ। ਐਂਡ ਜੇ ਐਕਸ਼ਨ ਦੀ ਗੱਲ ਕਰੀਏ, ਹੁਣ ਤੱਕ ਅਸੀਂ 65,000 ਚਲਾਨ ਲੋਕਾਂ ਦੇ ਕਰ ਚੁੱਕੇ ਹਾਂ। 65,000 ਚਲਾਨ, ਜਿਨ੍ਹਾਂ ਦੀ ਕਿ ਤਕਰੀਬਨ 3 ਕਰੋੜ ਦੇ ਕਰੀਬ 3.25 ਕਰੋੜ ਰੁਪਇਆ ਦਾ ਅਸੀਂ ਚਲਾਨ ਸਰਕਾਰੀ ਖਜ਼ਾਨੇ ਦੇ ਵਿੱਚ, ਜਿਹੜੀ ਕਿ ਹੈਲਥ ਡਿਪਾਰਟਮੈਂਟ ਦੇ ਸਰਕਾਰੀ ਖਜ਼ਾਨੇ ਦੇ ਵਿੱਚ ਅਸੀਂ ਜਮ੍ਹਾਂ ਕਰਾ ਚੁੱਕੇ ਹਾਂ। 1100 ਦੇ ਕਰੀਬ ਅਸੀਂ FIR ਵੀ ਦਰਜ ਕਰ ਚੁੱਕੇ ਹਾਂ। ਤੇ ਇਹ ਬਿਲਕੁਲ ਅਸੀਂ ਸਖਤ ਐਕਸ਼ਨ ਲੈ ਰਹੇ ਹਾਂ। ਲੇਕਿਨ ਜੇ ਕੋਈ ਤੁਹਾਡੇ ਏਰੀਆ ਦੇ ਵਿੱਚ ਫਿਰ ਵੀ ਤੁਹਾਨੂੰ ਲੱਗ ਰਿਹਾ ਹੈ, ਤੁਸੀਂ ਸਾਨੂੰ ਇਨਫੋਰਮੇਸ਼ਨ ਦਿਓ, ਅਸੀਂ ਡੈਫੀਨੇਟਲੀ ਐਕਸ਼ਨ ਲਵਾਂਗੇ ਐਂਡ ਤੁਹਾਡਾ ਅਸੀਂ ਨਾਂ ਬਿਲਕੁਲ ਜ਼ਾਹਿਰ ਨਹੀਂ ਕਰਾਂਗੇ। ਪ੍ਰਣਬ ਬੰਸਲ ਐਂਡ ਐਡਵੋਕੇਟ ਸੁਧਾਂਸ਼ੂ ਸ਼ਰਮਾ, ਇਹਨਾਂ ਨੇ ਤਾਂ ਇੱਕੋ ਹੀ ਕੁਐਸਚਨ ਹੈ ਇਹਨਾਂ ਦਾ ਕਿ ਅਦਰ ਸਟੇਟਸ ਦੀ ਮੂਵਮੈਂਟ 'ਤੇ ਕੋਈ ਰੋਕ ਹੈ? ਨਹੀਂ, ਇਸ ਤਰੀਕੇ ਦੀ ਕੋਈ ਰੋਕ ਨਹੀਂ ਹੈ। ਅਦਰ ਸਟੇਟ ਦੀ ਮੂਵਮੈਂਟ 7 ਦਿਨ ਅਲਾਊਡ ਹੈ, ਤੁਸੀਂ ਬਿਲਕੁਲ ਫਰੀਲੀ ਆ ਜਾ ਸਕਦੇ ਹੋ। ਇਸ ਤਰੀਕੇ ਦੇ ਕਾਫੀ ਕੁਐਸਚਨਸ ਔਰ ਆਪਣੇ ਹੈ, ਜਿਹੜੇ ਕਿ ਅਸੀਂ ਉਹਨਾਂ ਨੂੰ ਇੰਡੀਵਿਜੂਅਲੀ ਜਵਾਬ ਦੇ ਦਾਂਗੇ। ਲॉयन नीरज गुप्ता ने क्या हैगा कि असी एग्रीकल्चर मशीनरी का काम करते हैं कि असी खोल सकते हैं? देखो, एग्रीकल्चर मशीनरियां तो कोई रोक टोक नहीं है, वो तुसी अपना काम बिल्कुल कर सकते हो। हरप्रीत, एक चीज़ और मैं तुहानूं दसना चाहांगा, जिहड़ी ये अपना विलेजेस दे विच अपनी काफ़ी रिलैक्सेशन सरकार ने दित्तियां हुई हैं, जिहड़े पिंडां दे विच, जिहड़े शहरी एरिया है ਉਹਦੇ ਵਿੱਚ ਰਿਲੈਕਸੇਸ਼ਨਸ ਵੱਖਰੀ ਹੈ ਅਤੇ ਪਿੰਡਾਂ ਦੇ ਵਿੱਚ ਵੱਖਰੀ ਹੈ। ਤੁਸੀਂ ਆਪਣਾ ਏਰੀਆ ਵੀ ਚੈੱਕ ਕਰ ਲਿਓ ਕਿ ਤੁਹਾਡੇ ਜਿਹੜੀ ਫੈਕਟਰੀ ਹੈ ਉਹ ਕਿਸ ਏਰੀਆ ਦੇ ਵਿੱਚ ਪੈਂਦੀ ਹੈ। ਰਿਪੁਦਮਨ ਸਿੰਘ ਇਹਨਾਂ ਨੇ ਲਿਖਿਆ ਹੈਗਾ ਕਿ ਪਿੰਡਾਂ ਦੀ ਦੁਕਾਨਾਂ 7 ਦਿਨ ਤੱਕ ਖੁੱਲ੍ਹ ਸਕਦੀਆਂ। ਬਿਲਕੁਲ, ਦੇਖੋ ਪਿੰਡਾਂ ਦੇ ਵਿੱਚ ਮੈਂ ਤੁਹਾਨੂੰ ਕਿਹਾ ਸੀ ਨਾ ਕਿ ਇਹ ਜਿਹੜਾ ਸੈਟਰਡੇ ਸੰਡੇ ਵਾਲਾ ਲੋਕਡਾਊਨ ਹੈ ਪਿੰਡਾਂ ਦੇ ਵਿੱਚ ਨਹੀਂ ਹੈ, ਇਹ ਖੁੱਲ੍ਹ ਸਕਦੀਆਂ। ਇਸ ਕਰਕੇ ਤੁਸੀਂ ਉਹ ਆਪਣਾ ਏਰੀਆ ਜ਼ਰੂਰ ਚੈੱਕ ਕਰ ਲਓ ਕਿ ਕਿਸ ਏਰੀਏ ਦੇ ਵਿੱਚ ਤੁਹਾਡੀ ਦੁਕਾਨ ਹੈ। ਔਰ ਵੀ ਸਾਰੇ ਕੁਐਸਚਨ ਸਾਨੂੰ ਕਾफ़ी ਸਾਰੇ ਮਿਲ ਰਹੇ ਹਨ, ਅਸੀਂ ਉਹਨਾਂ ਦਾ ਇੰਡੀਵਿਜੂਅਲੀ ਜਵਾਬ ਦੇ ਦੇਵਾਂਗੇ। ਅਖੀਰ ਦੇ ਵਿੱਚ ਮੈਂ ਇਹੀ ਕਹਾਂਗਾ, ਦੇਖੋ ਇਹ ਆਪਣਾ ਪੀਕ ਟਾਈਮ ਲੁਧਿਆਣੇ ਦੇ ਵਿੱਚ ਕੋਰੋਨਾ ਦਾ ਚੱਲ ਰਿਹਾ ਹੈ। ਪੁਲਿਸ, ਐਡਮਿਨਿਸਟ੍ਰੇਸ਼ਨ, ਡਾਕਟਰਸ, ਪ੍ਰਾਈਵੇਟ ਡਾਕਟਰਸ, ਹਰ ਤਰੀਕੇ ਦਾ ਕਾਰਪੋਰੇਸ਼ਨ ਦੇ ਮੁਲਾਜ਼ਮ, ਪੂਰੀ ਅਸੀਂ ਪੂਰਾ ਅਸੀਂ ਜ਼ੋਰ ਲਗਾ ਰਹੇ ਹਾਂ ਕਿ ਕਿਸੇ ਤਰੀਕੇ ਨਾਲ ਇਸ ਕੋਰੋਨਾ ਦੀ ਬਿਮਾਰੀ ਨੂੰ ਇੱਥੇ ਹੀ ਕਾਬੂ ਕਰ ਲਿਆ ਜਾਵੇ। ਐਂਡ ਜੋ ਸਾਨੂੰ ਟ੍ਰੈਂਡਸ ਨਜ਼ਰ ਆ ਰਹੇ ਹਨ, ਉਹ ਇਹ ਕਹਿੰਦੇ ਆ ਕਿ ਜਿਹੜਾ ਸਤੰਬਰ ਦਾ ਮਹੀਨਾ ਹੈ, ਜਿਹੜਾ ਇਹ ਕਰੰਟ ਮਹੀਨਾ ਚੱਲ ਰਿਹਾ ਹੈ, ਇਹ ਸਭ ਤੋਂ ਇੰਪੋਰਟੈਂਟ ਮਹੀਨਾ ਹੈ। ਹਰੇਕ ਬੰਦੇ ਨੂੰ ਬਹੁਤ ਸਾਵਧਾਨੀ ਰੱਖਣ ਦੀ ਲੋੜ ਹੈ। ਇਹ ਚੀਜ਼ਾਂ ਅਸੀਂ ਤੁਹਾਨੂੰ ਅਕਤੂਬਰ 'ਚ ਬਿਲਕੁਲ ਨਹੀਂ ਕਵਾਂਗੇ, ਤੁਸੀਂ ਸਤੰਬਰ ਸਾਡਾ ਸਾਥ ਦਿਵੋ। ਬਿਲਕੁਲ ਜਿਹੜੀ ਕਿ ਜ਼ਰੂਰਤ ਨਹੀਂ ਹੁੰਦੀ ਜਿਸ ਟਰੈਵਲ ਦੀ, ਜਿਸ ਮੀਟਿੰਗ ਦੀ, ਜਾਂ ਪਾਰਟੀ ਦੀ, ਕਿਟੀ ਪਾਰਟੀ ਦੀ, ਉਹਨਾਂ ਬਿਲਕੁਲ ਉਸ ਨੂੰ ਅਵੋਇਡ ਕਰੋ। ਜੇ 1 ਮਹੀਨਾ ਆਪਾਂ ਪੂਰੀ ਮੁਸਤੈਦੀ ਨਾਲ ਇਸ ਸਰਕਾਰ ਦੀ ਜਿਹੜੀ ਹਿਦਾਇਤਾਂ ਹੈ, ਮਾਸਕ ਦੀ, ਸੋਸ਼ਲ ਡਿਸਟੈਂਸਿੰਗ ਦੀ, ਕਰਾਊਡ ਅਵੋਇਡ ਕਰਨ ਦੀ, ਇਹਨਾਂ ਸਾਰਿਆਂ ਦੀ ਜੇ ਆਪਾਂ ਪਾਲਣਾ ਕਰਾਂਗੇ, ਮੈਂ ਸਮਝਦਾ ਕਿ ਆਪਣਾ ਜਿਹੜੇ ਅੱਗੇ ਆਉਣ ਵਾਲਾ ਮਹੀਨਾ ਹੈ ਉਹ ਆਪਣੇ ਲਈ ਬਹੁਤ ਹੀ ਸੁਖਦ ਹੋਵੇਗਾ ਐਂਡ ਅੱਛੀ ਇੱਕ ਉਹ ਅੱਛਾ ਸੰਦੇਸ਼ਾ ਲੈ ਕੇ ਆਵੇਗਾ। ਐਂਡ ਪਬਲਿਕ ਦੇ ਬਿਨਾਂ ਇਹ ਲੜਾਈ ਅਸੀਂ ਨਹੀਂ ਜਿੱਤ ਸਕਦੇ। ਜਿਹੜਾ ਇਹ ਕਈ ਲੜਾਈਆਂ ਹੁੰਦੀਆਂ ਜਿਹੜੀ ਕਿ ਅਸੀਂ ਆਪ ਇਕੱਲੇ ਹੀ ਲੜ ਸਕਦੇ ਹਾਂ, ਲੇਕਿਨ ਇਹ ਜਿਹੜੀ ਲੜਾਈ ਹੈ ਇਹ ਕਿਉਂਕਿ ਪਬਲਿਕ, ਜੇ ਸਪੋਜ਼ ਕਿਸੇ ਬੰਦੇ ਨੂੰ ਕੋਰੋਨਾ ਹੋ ਗਿਆ, ਉਹ ਕਹਿੰਦਾ ਜੀ ਮੈਨੂੰ ਤਾਂ ਸਿੰਪਟਮਸ ਨਹੀਂ ਹੈ, ਮੈਂ ਤਾਂ ਕੀ ਹੈ ਜੀ ਲੁੱਕੇ ਛੁਪ ਕੇ ਮੈਂ ਤਾਂ ਸਾਰੇ ਪਾਸੇ ਘੁੰਮ ਕੇ ਆਪਣਾ ਰਾਸ਼ਨ ਵੀ ਲੈ ਕੇ ਆ ਸਕਦਾ ਜੀ, ਲਿਆ ਰਿਹਾ ਜੀ। ਅਤੇ ਔਰ ਉਹ ਫਿਰ ਕੀ ਹੈ ਕਿ ਸਾਰੇ ਪਾਸੇ ਉਹ ਕੋਰੋਨਾ ਫੈਲਾਊਗਾ ਐਂਡ ਉਹਦੇ ਨਾਲ ਇਹ ਹੈ ਕਿ ਜਿਹੜੇ ਬੰਦਿਆਂ ਦੀ ਇਮਿਊਨਿਟੀ ਵੀਕ ਹੈ ਉਹ ਫਿਰ ਇਹਦੀ ਲਪੇਟ 'ਚ ਜਲਦੀ ਆ ਜਾਣਗੇ। ਇਸ ਕਰਕੇ ਹਰੇਕ ਬੰਦੇ ਦਾ ਇਹ ਫਰਜ਼ ਹੈ ਕਿ ਆਪਾਂ ਇਸ ਲੜਾਈ ਦੇ ਵਿੱਚ ਆਪਣਾ ਯੋਗਦਾਨ ਪਾਈਏ। ਜੋ ਸਰਕਾਰ ਦੇ ਰਿਸਰਚ ਕਰਕੇ, ਦੂਜੇ ਮੁਲਕਾਂ ਤੋਂ ਸਿੱਖ ਕੇ ਜੋ ਆਪਾਂ ਨੂੰ ਹਿਦਾਇਤਾਂ ਜਾਰੀ ਕੀਤੀਆਂ ਉਹਨਾਂ ਦੀ ਪਾਲਣਾ ਕਰੀਏ। ਇਹ ਤੁਹਾਡੇ ਆਪਣੇ ਫਾਇਦੇ ਲਈ ਹਨ। ਐਂਡ ਮੈਂ ਤੁਹਾਨੂੰ ਯਕੀਨ ਦਿਲਾਨਾ ਕਿ ਲੁਧਿਆਣਾ ਦਾ ਐਡਮਿਨਿਸਟ੍ਰੇਸ਼ਨ, ਲੁਧਿਆਣਾ ਦੀ ਪੁਲਿਸ ਹਮੇਸ਼ਾ 24 ਘੰਟੇ ਤੁਹਾਡੇ ਲਈ ਹਾਜ਼ਰ ਹੈ। ਐਂਡ ਸਾਰਾ ਦਿਨ ਸਾਡਾ ਇਹੀ
सोच रहिंदी है कि किस तरीके नाल पब्लिक नूं वध तो वध इस बीमारी तो बचाया जाए, किस तरीके नाल उन्हां नूं गाइड किया जाए। एंड असी हमेशा तुहाडे नाल खड़े हैं ते असी मिल के इस लड़ाई नूं जरूर जितांगे। थैंक यू सो मच। जय हिंद।